ਕਿਸਾਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਇੰਟੈਲੀਜੈਂਸ ਟੌਪਿਕ ਦੇ ਨਾਲ ਰਿਲੇਟਡ ਐਮਸੀਕਿਊ ਡਿਸਕਸ ਕਰਾਂਗੇ ਜੀ। ਬਹੁਤ ਹੀ ਇੰਪੋਰਟੈਂਟ ਟੌਪਿਕ ਆ ਜਿਹਦੇ ਵਿੱਚੋਂ ਅਕਸਰ ਹੀ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਮਿਲਦੇ ਨੇ। ਅਗਰ ਤੁਸੀਂ ਇਸ ਦੀਆਂ ਥਿਊਰੀ ਕਲਾਸਿਸ ਲੈਣਾ ਚਾਹੁੰਦੇ ਹੋ, ਸਾਰੀਆਂ ਇੰਟੈਲੀਜੈਂਸ ਥਿਊਰੀਜ਼, ਟੈਸਟ ਐਂਡ ਆਲ ਕੰਸੈਪਟ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸਾਨ ਅਕੈਡਮੀ ਦੇ ਕੋਰਸ ਨੂੰ ਜੁਆਇਨ ਕਰ ਸਕਦੇ ਹੋ, ਜਾਂ ਤਾਂ ਡਾਇਰੈਕਟ ਐਪ ਦੇ ਉੱਪਰ ਜਾਂ ਫਿਰ 9988001121 ਦੇ ਉੱਪਰ WhatsApp ਕਰਕੇ ਜਾਂ ਕਾਲ ਕਰਕੇ ਕੋਰਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਤਾਂ ਮੈਂ ਸਟਾਰਟ ਕਰਦੀ ਹਾਂ ਜੀ ਸਾਡੇ ਅੱਜ ਦੇ MCQ। ਇੱਥੇ ਫਰਸਟ ਕੁਐਸਚਨ ਆ ਜੀ ਆਪਣੇ ਕੋਲ, ਦ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਸੇਜ਼ ਦੈਟ। ਬੇਟਾ ਸਭ ਤੋਂ ਪਹਿਲਾਂ ਜਦੋਂ ਅਸੀਂ ਇੰਟੈਲੀਜੈਂਸ ਟੌਪਿਕ ਦੀ ਗੱਲ ਕਰਦੇ ਹਾਂ ਤਾਂ ਉੱਥੇ ਇੱਕ ਥਿਊਰੀ ਆ ਜਾਂਦੀ ਆ, ਗਾਰਡਨਰ ਦੀ ਥਿਊਰੀ। ਮੋਸਟ ਇੰਪੋਰਟੈਂਟ ਥਿਊਰੀ, ਜਿਹਦੇ ਵਿੱਚੋਂ ਅਕਸਰ ਹੀ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਮਿਲਣਗੇ ਹੀ ਮਿਲਣਗੇ, ਜਿਹੜੀ ਤੁਹਾਨੂੰ ਕਰਨੀ ਪੈਣੀ ਆ ਐਨੀ ਹਾਊ। ਠੀਕ ਹੈ, ਬਹੁਤ ਹੀ ਇੰਪੋਰਟੈਂਟ ਮੋਸਟ ਇੰਪੋਰਟੈਂਟ ਥਿਊਰੀਜ਼ ਦੇ ਵਿੱਚੋਂ ਆ, ਜਿਵੇਂ ਕਿ ਪਿਆਜੇ, ਵਾਈਗੋਸਕੀ, ਇਸ ਤਰ੍ਹਾਂ ਦੀਆਂ ਥਿਊਰੀਜ਼ ਇੰਪੋਰਟੈਂਟ ਨੇ। ਤਾਂ ਉਸੇ ਤਰੀਕੇ ਨਾਲ ਜਿਹੜਾ ਗਾਰਡਨਰ ਹੈਗਾ, ਹੋਵਰਡ ਗਾਰਡਨਰ ਆ, ਉਹਨਾਂ ਦੀ ਥਿਊਰੀ ਵੀ ਬਹੁਤ ਇੰਪੋਰਟੈਂਟ ਆ, ਤੁਸੀਂ ਮੇਰੇ ਨਾਲ ਆਲਰੇਡੀ ਕਰ ਚੁੱਕੇ ਹੋ। ਤਾਂ ਬੇਟਾ ਇੱਥੇ ਫਰਸਟ ਕੁਐਸਚਨ ਆ, ਦਾ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਸੇਜ਼ ਦੈਟ। ਤਾਂ ਕਹਿੰਦੇ ਕੀ ਕਹਿੰਦੀ ਆ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ। ਠੀਕ ਹੈ ਬੇਟਾ ਦੇਖੋ, ਜਿਹੜੀ ਥਿਊਰੀ ਸੀਗੀ ਬੇਸਿਕਲੀ ਮਲਟੀਪਲ ਇੰਟੈਲੀਜੈਂਸ ਦੀ ਥਿਊਰੀ, ਉਹ ਕਿਹਦੇ ਨਾਲ ਰਿਲੇਟ ਕਰਦੀ ਹੈਗੀ ਆ, ਹੋਵਰਡ ਗਾਰਡਨਰ ਦੇ ਨਾਲ। ਠੀਕ ਹੈ, ਹੋਵਰਡ ਗਾਰਡਨਰ ਦੇ ਨਾਲ। ਠੀਕ ਹੈ ਜੀ, ਇਹਨੇ ਸ਼ੁਰੂ ਦੇ ਵਿੱਚ ਜਦੋਂ ਇੰਟੈਲੀਜੈਂਸ ਦੀ ਗੱਲ ਕੀਤੀ ਸੀ ਤਾਂ ਇਹਨੇ ਆਪਣੀ ਇੱਕ ਬੁੱਕ ਪਬਲਿਸ਼ ਕੀਤੀ ਸੀ 1983 ਦੇ ਵਿੱਚ, ਤੇ ਉਸ ਬੁੱਕ ਦਾ ਨਾਮ ਸੀਗਾ ਫਰੇਮਸ ਆਫ ਮਾਈਂਡ। ਠੀਕ ਹੈ, ਫਰੇਮਸ ਆਫ ਮਾਈਂਡ। ਇਸ ਬੁੱਕ ਦੇ ਵਿੱਚ ਬੇਟਾ ਜੀ ਮੇਨਲੀ ਜਿਹੜੀ ਮੈਂਸ਼ਨ ਕੀਤੀ ਗਈ ਸੀ ਦਾ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ। ਠੀਕ ਹੈ, ਜਾਨੀ ਕਿ ਇਹਨੇ ਇਹ ਕਿਹਾ ਕਿ ਇੰਟੈਲੀਜੈਂਸ ਕੋਈ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਠੀਕ ਹੈ, ਟਾਈਡ ਨਹੀਂ ਹੈਗੀ ਕਿਸੇ ਵੀ ਜਰਨਲ ਇੰਟੈਲੀਜੈਂਸ ਦੇ ਨਾਲ ਜਾਂ ਜਰਨਲ ਐਬਿਲਿਟੀਜ਼ ਦੇ ਨਾਲ, ਇਹ ਮਲਟੀਪਲ ਆ। ਠੀਕ ਹੈ, ਬਹੁਤ ਸਾਰੀਆਂ ਜਿਹੜੀਆਂ ਇੰਟੈਲੀਜੈਂਸ ਨੇ। ਤਾਂ ਇਹਨੇ ਸ਼ੁਰੂ ਦੇ ਵਿੱਚ 1983 ਦੇ ਵਿੱਚ ਜਦੋਂ ਇਹ ਬੁੱਕ ਪਬਲਿਸ਼ ਕੀਤੀ ਸੀ ਤਾਂ 7 ਟਾਈਪਸ ਇੰਟੈਲੀਜੈਂਸ ਜਿਹੜੀਆਂ ਸੀਗੀਆਂ ਐਕਸਪਲੇਨ ਕੀਤੀਆਂ। ਤੇ ਉਸ ਤੋਂ ਬਾਅਦ ਲੇਟਰ ਔਨ 2009 ਦੇ ਨੀਅਰ ਅਬਾਊਟ ਜਿਹੜੀ ਹੈਗੀ ਆ ਜਿਹੜੀਆਂ ਇੰਟੈਲੀਜੈਂਸ ਹੋਰ ਇਹਦੇ ਚ ਐਡ ਕਰ ਦਿੱਤੀਆਂ ਗਈਆਂ। ਤਾਂ ਪ੍ਰੈਜ਼ੈਂਟਲੀ 9 ਟਾਈਪਸ ਇੰਟੈਲੀਜੈਂਸ ਦੀਆਂ ਨੇ, ਜਿਨ੍ਹਾਂ ਨੂੰ ਮੈਂਸ਼ਨ ਕੀਤਾ ਹੈਗਾ, 9 ਤਰ੍ਹਾਂ ਦੀ ਇੰਟੈਲੀਜੈਂਸ ਨੂੰ ਮੈਂਸ਼ਨ ਕੀਤਾ ਹੈਗਾ ਹੋਵਰਡ ਗਾਰਡਨਰ ਨੇ। ਠੀਕ ਹੈ ਜੀ, ਤਾਂ ਉਹਦੇ ਵਿੱਚੋਂ ਹੀ ਅਗਰ ਤੁਹਾਨੂੰ ਥਿਊਰੀ ਆਉਂਦੀ ਹੈ ਤਾਂ ਤੁਹਾਨੂੰ ਇਹ ਸਾਰਾ ਕੁਝ ਕਲੀਅਰ ਹੋਊਗਾ। ਇੱਥੇ ਫਰਸਟ ਸਟੇਟਮੈਂਟ ਹੈ ਜੀ, ਇੰਟੈਲੀਜੈਂਸ ਕੈਨ ਬੀ ਸੈਵਰਲ ਕਾइंड। ਬਿਲਕੁਲ ਸਹੀ ਆ ਨਾ, ਕਿਉਂਕਿ ਮੈਂ ਆਲਰੇਡੀ ਦੱਸਤਾ ਕਿ ਪਹਿਲਾਂ ਉਹਨੇ ਕਿਹਾ 7 ਤਰ੍ਹਾਂ ਦੀ ਇੰਟੈਲੀਜੈਂਸ ਆ, ਲੇਟਰ ਔਨ 2 ਹੋਰ ਪਲੱਸ ਕਰਤੀਆਂ ਤੇ ਹੁਣ ਕਿੰਨੀਆਂ ਹੋ ਗਈਆਂ, 9 ਤਰ੍ਹਾਂ ਦੀ ਇੰਟੈਲੀਜੈਂਸ ਆ। ਮਤਲਬ ਇੰਟੈਲੀਜੈਂਸ ਬਹੁਤ ਤਰ੍ਹਾਂ ਦੀ ਆ ਅਕੋਰਡਿੰਗ ਟੂ ਮਲਟੀਪਲ ਇੰਟੈਲੀਜੈਂਸ ਥਿਊਰੀ, ਜਿਵੇਂ ਕਿ ਇਹਦੇ ਨਾਮ ਤੋਂ ਹੀ ਕਲੀਅਰ ਆ। ਬਾਕੀ ਦੇਖ ਲੈਂਦੇ ਆ, ਪੇਪਰ ਪੈਨਸਿਲ ਟੈਸਟ ਆਰ ਨਾਟ ਹੈਲਪਫੁਲ। ਇਹ ਮਲਟੀਪਲ ਇੰਟੈਲੀਜੈਂਸ ਨਾਲ ਕੋਈ ਸੰਬੰਧ ਨਹੀਂ ਰੱਖਦਾ। ਇੰਟੈਲੀਜੈਂਸ ਕੈਨ ਬੀ ਮਲਟੀਪਲ ਵਿਦ ਇਫੈਕਟਿਵ ਪੈਡਾਗੋਜੀ, ਇਹ ਵੀ ਨੇ। ਸਾਡੇ ਤੋਂ ਸਿਰਫ ਥਿਊਰੀ ਪੁੱਛੀ ਗਈ ਹੈ ਬੇਟਾ, ਅਗਰ ਤੁਹਾਨੂੰ ਥਿਊਰੀ ਕਲੀਅਰ ਹੈ ਤਾਂ ਫਿਰ ਇਹ ਸਟੇਟਮੈਂਟ ਆ ਤੁਸੀਂ ਖੁਦ ਬਾ ਖੁਦ ਇਲੀਮੀਨੇਟ ਕਰ ਦੇਣੀਆਂ ਸੀ, ਕਿਉਂਕਿ ਬਹੁਤ ਬੇਸਿਕ ਪੁਆਇੰਟ ਥਿਊਰੀ ਦੇ ਵਿੱਚੋਂ ਦਿੱਤਾ ਗਿਆ ਕਿ ਸੈਵਰਲ ਤਰ੍ਹਾਂ ਦੀ ਆ। ਠੀਕ ਹੈ, ਮੌਜੂਦਾ ਕਿੰਨੇ ਤਰ੍ਹਾਂ ਦੀ ਹੈਗੀ ਆ, 9 ਤਰ੍ਹਾਂ ਦੀ ਆ। ਠੀਕ ਹੈ ਜੀ, ਕਿਹੜੀਆਂ 9 ਤਰ੍ਹਾਂ ਦੀਆਂ ਸੀ ਉਹ ਮੈਂ ਤੁਹਾਨੂੰ ਕਲਾਸ ਦੇ ਵਿੱਚ ਅੱਛੀ ਤਰ੍ਹਾਂ ਕਰਾ ਚੁੱਕੀ ਹਾਂ। ਨੈਕਸਟ ਕੁਐਸਚਨ ਆ ਬੇਟਾ ਜੀ, ਕ੍ਰੀਏਟੀਵਿਟੀ is thought to be related to the concept of। ਠੀਕ ਹੈ, ਕ੍ਰੀਏਟੀਵਿਟੀ ਜਿਹੜੀ ਹੈਗੀ ਆ ਬੇਟਾ ਜੀ ਸਿਰਜਣਾਤਮਕਤਾ, ਹੈ ਨਾ, ਕਿਹਦੇ ਨਾਲ ਸੰਬੰਧਿਤ ਹੈ। ਮੈਂ ਬਹੁਤ ਵਾਰ, ਮੈਨੂੰ ਲੱਗਦਾ ਜਿੰਨੀਆਂ ਮੇਰੇ ਸੈਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਡਾਇਵਰਜੈਂਟ ਤੇ ਕਨਵਰਜੈਂਟ ਥਿੰਕਿੰਗ ਕਲੀਅਰ ਕਰਦੀ ਰਹਿੰਦੀ ਆ ਨਾ। ਤਾਂ ਬੇਟਾ ਦੇਖੋ, ਮੈਂ ਬਾਰ-ਬਾਰ ਕਹਿੰਦੀ ਹੁੰਦੀ ਆ ਕਿ ਜਿਹੜੀ ਡਾਇਵਰਜੈਂਟ ਥਿੰਕਿੰਗ ਆ, ਜਿਹਨੂੰ ਬਹੁਵਿਧ ਚਿੰਤਨ ਕਹਿ ਸਕਦੇ ਆ। ਠੀਕ ਹੈ, ਬਹੁਵਿਧ ਚਿੰਤਨ ਕੀ ਆ ਬੇਟਾ ਜੀ, ਕਿਸੇ ਇੱਕ ਹੀ ਦਿਸ਼ਾ ਦੇ ਵਿੱਚ ਨਾ ਸੋਚ ਕੇ, ਠੀਕ ਹੈ, ਮਲਟੀਪਲ ਦਿਸ਼ਾਵਾਂ ਦੇ ਵਿੱਚ ਸੋਚਣਾ। ਤਾਂ ਉਹ ਕੀ ਹੁੰਦੀ ਆ ਬੇਟਾ ਜੀ, ਡਾਇਵਰਜੈਂਟ ਥਿੰਕਿੰਗ। ਠੀਕ ਹੈ, ਮੰਨ ਲਓ ਕਿ ਜਿਵੇਂ ਤੁਸੀਂ MCQ ਕਰਦੇ ਹੋ, MCQ ਆ ਤਾਂ ਉੱਥੇ 4 ਆਪਸ਼ਨਸ ਨੇ, ਤੁਸੀਂ ਹੋਰ ਕੁਝ ਨਹੀਂ ਸੋਚਣਾ, ਤੁਸੀਂ ਡਾਇਰੈਕਟ ਇੱਕ ਆਪਸ਼ਨ ਦੇ ਉੱਪਰ ਟਿਕ ਲਾ ਦੇਣੀ ਹੈ। ਇਹ ਹੁੰਦੀ ਆ ਕਨਵਰਜੈਂਟ ਥਿੰਕਿੰਗ, ਹੈ ਨਾ। ਬਸ ਇੱਕ ਹੀ ਸਰਵੋਤਮ ਉੱਤਰ ਹੋਏ, ਜਿਹਨੂੰ ਅਸੀਂ ਕਹੀਏ ਇੱਕ ਹੀ ਪਾਰਟਿਕੂਲਰ ਉੱਤਰ ਹੋਵੇ, ਉੱਥੇ ਤੁਸੀਂ ਸੋਚੋਗੇ ਨਹੀਂ, ਤੁਸੀਂ ਬਸ ਰਟੇ ਰਟਾਏ ਇੱਕ ਕੁਐਸਚਨ ਦੇ ਉੱਪਰ ਟਿਕ ਲਾ ਦੋਗੇ। ਬਟ ਡਾਇਵਰਜੈਂਟ ਥਿੰਕਿੰਗ ਕੀ ਆ, ਤੁਹਾਡੇ ਕੋਲੇ MCQ ਨਾ ਹੋਣ, ਤੁਹਾਡੇ ਕੋਲ ਕੋਈ ਓਪਨ ਐਂਡਡ ਕੁਐਸਚਨ ਹੋਵੇ, ਹਨਾ, ਓਪਨ ਐਂਡਡ ਕੁਐਸਚਨ ਹੋਵੇ, ਤੁਸੀਂ ਉਹਦੇ ਬਾਰੇ ਚ ਬਹੁਤ ਕੁਝ ਸੋਚੋਗੇ, ਹਰ ਡਾਇਰੈਕਸ਼ਨ ਦੇ ਵਿੱਚ ਸੋਚੋਗੇ। ਤੇ ਜਦੋਂ ਤੁਸੀਂ ਕੁਝ ਸੋਚੋਗੇ ਹਰ ਦਿਸ਼ਾ ਦੇ ਵਿੱਚ, ਤਾਂ ਫਿਰ ਕੁਝ ਨੋਵਲ ਵੀ ਨਿਕਲ ਕੇ ਸਾਹਮਣੇ ਆਊਗਾ। ਨੋਵਲ ਦਾ ਮਤਲਬ ਹੁੰਦਾ ਨਵੀਨ। ਠੀਕ ਹੈ, ਨਵੀਨ। ਤਾਂ ਇਸ ਕਰਕੇ ਕਹਿੰਦੇ ਜਦੋਂ ਨਵੀਨ ਹੋਊਗਾ, ਜਦੋਂ ਕੁਝ ਤੁਸੀਂ ਨਵਾਂ ਸੋਚੋਗੇ ਤਾਂ ਫਿਰ ਤੁਸੀਂ ਨਵਾਂ ਕ੍ਰੀਏਟ ਵੀ ਕਰੋਗੇ। ਠੀਕ ਹੈ, ਕਲੀਅਰ। ਤਾਂ ਜਿਹੜੀ ਕ੍ਰੀਏਟੀਵਿਟੀ ਹੈਗੀ ਆ ਬੇਟਾ ਜੀ, ਉਹ ਕਨਸੈਪਟ ਕਿਹਦੇ ਨਾਲ ਰਿਲੇਟ ਕਰਦਾ ਹੈਗਾ, ਡਾਇਵਰਜੈਂਟ ਥਿੰਕਿੰਗ ਦੇ ਨਾਲ। ਇਹ ਵਿਸ਼ੇਸ਼ਤਾ ਬੇਟਾ ਜੀ ਕ੍ਰੀਏਟਿਵ ਬੱਚਿਆਂ ਦੀ,
ਸਿਰਜਣਾਤਮਕ ਬੱਚੇ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਸੋਚ ਵੱਖਰੀ ਤਰ੍ਹਾਂ ਦੀ ਹੋਵੇ, ਜਾਣੀ ਕਿ ਪੰਜਾਬੀ ਦੇ ਵਿੱਚ ਤੁਹਾਨੂੰ ਮਿਲੂਗਾ ਬਹੁਵਿਧ ਚਿੰਤਨ ਕਰਦੇ ਹੋਣ, ਬਹੁਤ ਪਾਸੇ ਸੋਚਦੇ ਹੋਣ। ਠੀਕ ਹੈ ਜੀ, ਜਿਹੜੀਆਂ ਬਾਕੀ ਚੀਜ਼ਾਂ ਨੇ ਮੈਂ ਉਹ ਵੀ ਕਲੀਅਰ ਕਰ ਦਿੰਦੀ ਹਾਂ। ਵੈਸੇ ਇੱਥੇ ਆਨਸਰ ਆਉਣਾ ਤੁਹਾਡਾ ਡਾਇਵਰਜੈਂਟ ਥਿੰਕਿੰਗ। ਬਾਕੀ ਪੁਆਇੰਟਸ ਦੇਖ ਲਓ ਬੇਟਾ ਜੀ ਜਿਹੜੇ ਆਪਸ਼ਨ ਦੇ ਵਿੱਚ ਨੇ। ਜਸਟ ਵੇਟ, ਲੈਟ ਮੀ ਚੇਂਜ ਦਾ ਮਾਰਕਰ। ਚਲੋ, ਕਨਵਰਜੈਂਟ ਥਿੰਕਿੰਗ ਮੈਂ ਔਲਰੇਡੀ ਦੱਸ ਚੁੱਕੀ ਹਾਂ, ਜਿਹਦਾ ਮਤਲਬ ਹੁੰਦਾ ਸਰਵੋਤਮ ਉੱਤਰ। ਠੀਕ ਹੈ, ਇੱਕ ਪਰਟੀਕੁਲਰ ਜਾਂ ਇਨਟੂ ਦਾ ਬਾਕਸ। ਠੀਕ ਹੈ, ਸਰਵੋਤਮ ਉੱਤਰ ਜਿਹਦਾ ਇੱਕ ਹੀ ਉੱਤਰ ਹੋਵੇ, ਕੁਛ ਨਾ ਸੋਚਣਾ ਪਵੇ, ਬਸ ਤੁਸੀਂ ਰਟੀ ਰਟਾਈ ਇੱਕ ਚੀਜ਼ ਦੇ ਉੱਪਰ ਇੱਕ ਹੀ ਉੱਤਰ ਹੋਊਗਾ, ਹੋਰ ਕੁਝ ਸੋਚਣਾ ਨਹੀਂ, ਕੁਝ ਨਹੀਂ ਕਰਨਾ, ਉਸੇ ਚੀਜ਼ ਦੇ ਉੱਪਰ ਉਸੇ ਟਿਕਾਣੇ ਦੇ ਉੱਪਰ ਜਾ ਪਹੁੰਚੋਗੇ, ਹੁੰਦੀ ਹੈ ਕਨਵਰਜੈਂਟ ਥਿੰਕਿੰਗ, ਜਿਹਦੇ ਵਿੱਚ ਬੱਚਾ ਐਕਸਟਰਾ ਕੁਝ ਨਹੀਂ ਸੋਚਦਾ। ਠੀਕ ਹੈ ਜੀ, ਇੱਕ ਹੁੰਦਾ ਇੱਥੇ ਟਰਮ ਦਿੱਤੀ ਹੋਈ ਹੈ ਬੇਟਾ ਜੀ ਕ੍ਰਿਸਟਲਾਈਜ਼ਡ ਐਂਡ ਫਲੂਇਡ ਇੰਟੈਲੀਜੈਂਸ। ਬੇਟਾ ਜੀ ਇੱਕ ਥਿਊਰੀ ਆ ਜਿਹਨੂੰ ਤੁਸੀਂ ਜੀਐਫ, ਠੀਕ ਹੈ, ਐਂਡ ਮੈਂ ਲਿਖ ਦਿੰਦੀ ਹਾਂ ਜੀਐਫ ਐਂਡ ਜੀਸੀ, ਜਰਨਲ ਫਲੂਇਡ ਇੰਟੈਲੀਜੈਂਸ ਜਾਂ ਜਰਨਲ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਕਹਿ ਸਕਦੇ ਹੋ। ਠੀਕ ਹੈ, ਇਹ ਜਿਹੜੀ ਥਿਊਰੀ ਸੀਗੀ ਬੇਟਾ ਜੀ ਸ਼ੁਰੂ ਦੇ ਵਿੱਚ ਤਾਂ ਦਿੱਤੀ ਸੀਗੀ ਰੇਮੰਡ ਕੈਟਲ ਨੇ। ਠੀਕ ਹੈ, ਰੇਮੰਡ ਕੈਟਲ ਨੇ, ਥਿਊਰੀ ਦਾ ਨਾਮ ਕੀ ਹੈਗਾ ਫਲੂਇਡ ਐਂਡ ਕ੍ਰਿਸਟਲਾਈਜ਼ਡ ਇੰਟੈਲੀਜੈਂਸ, ਰੇਮੰਡ ਕੈਟਲ ਨੇ। ਉਸ ਤੋਂ ਬਾਅਦ ਇਹਨੂੰ ਕੰਟੀਨਿਊ ਕੀਤਾ, ਜਿਹਦੇ ਵਿੱਚ ਹੋਰ ਜਿਹੜੀ ਰਿਸਰਚ ਕੀਤੀ ਉਹ ਕੀਤੀ ਇਹਨਾਂ ਦੇ ਹੀ ਚੇਲੇ ਸੀਗੇ ਜੌਨ ਐਲ ਹਾਰਨ ਨੇ। ਠੀਕ ਹੈ, ਔਰਨ ਕਹਿ ਸਕਦੇ ਆ, ਹਾਰਨ ਨੇ। ਠੀਕ ਹੈ ਜੀ, ਇਹਨਾਂ ਦੋਨਾਂ ਨੇ ਜਿਹੜਾ ਜ਼ਿਕਰ ਕੀਤਾ ਹੈਗਾ ਕ੍ਰਿਸਟਲਾਈਜ਼ਡ ਐਂਡ ਫਲੂਇਡ ਇੰਟੈਲੀਜੈਂਸ, ਤਾਂ ਇਹਨਾਂ ਨੇ ਇਹ ਕਿਹਾ ਕਿ ਜਿਹੜੀ ਇੰਟੈਲੀਜੈਂਸ ਹੈਗੀ ਹੈ ਜਰਨਲ ਇੰਟੈਲੀਜੈਂਸ ਹੀ ਆ। ਜਿਹੜੀਆਂ ਦੋਨੋਂ ਇੰਟੈਲੀਜੈਂਸ ਨੇ ਇਹ ਕੀ ਨੇ, ਜਰਨਲ ਇੰਟੈਲੀਜੈਂਸ ਨੇ ਇਹਨਾਂ ਦੇ ਅਕੋਰਡਿੰਗ। ਠੀਕ ਹੈ, ਬਟ ਫਰਕ ਆ ਦੋਨਾਂ ਦੇ ਵਿੱਚ। ਠੀਕ ਹੈ, ਫਰਕ ਕੀ ਆ, ਉਹ ਕਹਿੰਦੇ ਜਿਹੜੀ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਹੈਗੀ ਆ ਬੇਟਾ ਜੀ, ਕਹਿੰਦੇ ਇਹ ਸਾਰੀ ਉਮਰ ਪਹਿਲਾਂ ਤਾਂ ਕੰਟੀਨਿਊ ਰਹਿੰਦੀ ਆ। ਠੀਕ ਹੈ, ਤੇ ਦੂਜਾ ਇਹ ਤੁਹਾਡੇ ਜਨਮ ਤੋਂ ਬਾਅਦ ਪੈਦਾ ਹੁੰਦੀ ਹੈ, ਤੇ ਇਸ ਕਰਕੇ ਇਹਦੇ ਉੱਪਰ ਤੁਹਾਡੇ ਜਿੰਨੇ ਵੀ ਐਕਸਪੀਰੀਅੰਸ ਹੈਗੇ ਨੇ, ਅਨੁਭਵ ਹੈਗੇ ਨੇ, ਜਾਂ ਲਰਨਿੰਗ ਹੈਗੀ ਆ, ਤੁਸੀਂ ਜੋ ਵੀ ਸਿੱਖਦੇ ਹੋ ਉਹਦਾ ਅਸਰ ਕ੍ਰਿਸਟਲਾਈਜ਼ ਦੇ ਉੱਪਰ ਹੁੰਦਾ, ਤੇ ਟਿਲ ਡੈਥ ਜਿਹੜੀ ਹੈਗੀ ਆ ਕੰਟੀਨਿਊ ਰਹਿੰਦੀ ਆ ਤੁਹਾਡੀ ਕ੍ਰਿਸਟਲਾਈਜ਼ਡ ਇੰਟੈਲੀਜੈਂਸ। ਜਦੋਂ ਕਿ ਜਿਹੜੀ ਫਲੂਇਡ ਇੰਟੈਲੀਜੈਂਸ ਹੈਗੀ ਆ ਬੇਟਾ ਜੀ, ਇਹ ਕਹਿੰਦੀ ਜਨਮਜਾਤ ਆ। ਠੀਕ ਹੈ, ਤੁਹਾਨੂੰ ਹੈਰੀਡਿਟੀ ਦੇ ਵਿੱਚ ਮਿਲੀ ਆ। ਠੀਕ ਹੈ, ਇਹਦੇ ਉੱਪਰ ਨਾ ਤਾਂ ਕਿਸੇ ਵੀ ਸਿੱਖਣ ਦਾ ਅਸਰ ਹੁੰਦਾ, ਠੀਕ ਹੈ, ਨਾ ਹੀ ਕਿਸੇ ਲਰਨਿੰਗ ਦਾ ਅਸਰ ਆ, ਨਾ ਹੀ ਕਿਸੇ ਵੀ ਅਨੁਭਵਾਂ ਦਾ, ਐਕਸਪੀਰੀਅੰਸਿਸ ਦਾ ਫਲੂਇਡ ਇੰਟੈਲੀਜੈਂਸ ਦੇ ਉੱਪਰ ਅਸਰ ਹੁੰਦਾ। ਤੇ ਵੈਸੇ ਵੀ ਕਹਿੰਦੇ ਇਹ ਕਿਸ਼ੋਰ ਅਵਸਥਾ ਤੱਕ ਤਾਂ ਵੱਧਦੀ ਆ। ਠੀਕ ਹੈ, ਜਦੋਂ ਤੱਕ ਤੁਸੀਂ ਕਿਸ਼ੋਰ ਨਹੀਂ ਹੁੰਦੇ, ਜਾਣੀ ਜਦੋਂ ਤੱਕ ਤੁਹਾਡਾ ਅਡੋਲਸੈਂਟ ਪੀਰੀਅਡ ਨਹੀਂ ਆਉਂਦਾ, ਉਦੋਂ ਤੱਕ ਤਾਂ ਇਨਕਰੀਜ਼ ਹੁੰਦੀ ਆ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਕਿਸ਼ੋਰ ਅਵਸਥਾ ਲੰਘ ਜਾਂਦੇ ਹੋ, ਬੁਢਾਪੇ ਦੇ ਵਿੱਚ ਜਾਂਦੇ ਹੋ, ਤਾਂ ਉਦੋਂ ਬਾਅਦ ਕੀ ਹੈਗੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਆਪੋਜ਼ਿਟ ਨੇ ਦੋਨੋਂ, ਕ੍ਰਿਸਟਲਾਈਜ਼ਡ ਕੰਟੀਨਿਊ ਆ ਟਿਲ ਡੈਥ। ਠੀਕ ਹੈ, ਇਹ ਜਿਹੜੀ ਹੈਗੀ ਆ ਕਿਸ਼ੋਰ ਅਵਸਥਾ ਤੱਕ ਕੰਟੀਨਿਊ ਆ, ਉਸ ਤੋਂ ਬਾਅਦ ਆ ਜਿਹੜੀ ਘਟਣੀ ਸ਼ੁਰੂ ਹੋ ਜਾਂਦੀ ਹੈ। ਕਲੀਅਰ ਬੇਟਾ ਜੀ, ਤਾਂ ਹੋਪ ਤੁਹਾਡੀਆਂ ਸਾਰੇ ਪੁਆਇੰਟ ਕਲੀਅਰ ਹੋ ਗਏ ਹੋਣਗੇ। ਨੈਕਸਟ ਕੁਐਸਚਨ ਜੀ, ਮੈਚ ਆਫ ਦਾ ਫੋਲੋਇੰਗ ਇਨ ਦਾ ਰਾਈਟ ਲਾਈਟ ਆਫ ਹੋਵਰਡ ਗਾਰਡਨਰਸ ਥਿਊਰੀ। ਬੇਟਾ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਮੋਸਟ ਇੰਪੋਰਟੈਂਟ ਥਿਊਰੀ ਆ, ਲਗਾਤਾਰ ਇਸ ਥਿਊਰੀ ਦੇ ਵਿੱਚੋਂ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਮਿਲ ਰਹੇ ਆ। ਠੀਕ ਹੈ, ਤਾਂ ਉਹਨੇ 8 ਤਰ੍ਹਾਂ ਦੀ ਇੰਟੈਲੀਜੈਂਸ ਦੱਸੀ ਸੀਗੀ, ਉਹਦੇ ਵਿੱਚੋਂ ਹੀ ਇਹ ਕੁਐਸਚਨ ਨੇ। ਉਹਨੇ ਇੱਕ ਟਾਈਪ ਦੱਸੀ ਸੀਗੀ ਮਿਊਜ਼ੀਕਲ ਇੰਟੈਲੀਜੈਂਸ ਹੁੰਦੀ ਆ, ਕਹਿੰਦੇ ਜਿਹੜੇ ਲੋਕਾਂ ਨੂੰ ਮਿਊਜ਼ਿਕ ਦੀ ਸਮਝ ਹੁੰਦੀ ਆ। ਤਾਂ ਕਿਹੜੇ ਹੋਣਗੇ ਬੇਟਾ ਜੀ, ਵਿੱਚ ਮਿਲਾ ਕੇ ਵੇਖੋ ਫਿਰ। ਵਾਇਲਨਿਸਟ, ਠੀਕ ਹੈ, ਜਿਹੜੇ ਵਾਇਲਨ ਵਜਾਉਂਦੇ ਨੇ, ਇਹਦਾ ਮਤਲਬ ਉਹਨਾਂ ਦੇ ਵਿੱਚ ਮਿਊਜ਼ੀਕਲ ਹੋਊਗੀ। ਇੱਕ ਉਹਨਾਂ ਨੇ ਕਿਹਾ ਲਿੰਗੁਇਸਟਿਕ ਇੰਟੈਲੀਜੈਂਸ ਹੁੰਦੀ ਆ। ਲਿੰਗੁਇਸਟਿਕ ਇੰਟੈਲੀਜੈਂਸ ਕਿਹਨਾਂ ਦੇ ਵਿੱਚ ਹੋਊਗੀ, ਜਿਨ੍ਹਾਂ ਨੂੰ ਭਾਸ਼ਾ ਦੀ ਸਮਝ ਹੋਵੇ। ਠੀਕ ਹੈ, ਜਿਨ੍ਹਾਂ ਨੂੰ ਭਾਸ਼ਾ ਦਾ ਪ੍ਰਯੋਗ ਕਰਨਾ, ਹਰ ਇੱਕ ਪੱਖ ਤੋਂ ਭਾਸ਼ਾ ਦੀ ਸਮਝ ਰੱਖਦੇ ਹੋਣ। ਠੀਕ ਹੈ, ਭਾਸ਼ਾ ਨੂੰ ਵਰਤਣਾ, ਵਾਚਨ ਸਹੀ, ਲਿਖਣਾ ਸਹੀ। ਠੀਕ ਹੈ, ਜਿਵੇਂ ਵਕੀਲ ਹੋ ਗਏ, ਲੇਖਕ ਹੋ ਗਏ, ਜਾਂ ਗੀਤਕਾਰ ਹੋ ਗਏ, ਪੱਤਰਕਾਰ ਹੋ ਗਏ, ਹਨਾ। ਤਾਂ ਉਹਨਾਂ ਦੇ ਵਿੱਚ ਫਿਰ ਆਪਸ਼ਨ ਦੇ ਵਿੱਚ ਸਾਡੇ ਕੋਲ ਇੱਥੇ ਕੀ ਪਿਆ ਹੋਇਆ, ਪੋਇਟ। ਠੀਕ ਹੈ, ਦੈਨ ਬੇਟਾ ਜੀ ਇੰਟਰਪਰਸਨਲ। ਇੰਟਰਪਰਸਨਲ ਕਿਹੜੀ ਇੰਟੈਲੀਜੈਂਸ ਹੁੰਦੀ ਆ, ਜਿਹੜਾ ਕਿਸੇ ਦੂਜੇ ਨੂੰ ਸਮਝ ਸਕਦਾ ਹੋਵੇ। ਠੀਕ ਹੈ, ਇੱਥੇ ਧਿਆਨ ਦੇ ਵਿੱਚ ਰੱਖਿਓ, ਇਹ ਇਹਨਾਂ 2 ਪੁਆਇੰਟਾਂ 'ਚ ਵੀ ਬਹੁਤ ਕੁਐਸਚਨ ਆ ਰਿਹਾ। ਇੰਟਰਪਰਸਨਲ ਇੰਟੈਲੀਜੈਂਸ ਆ ਜਦੋਂ ਤੁਸੀਂ ਕਿਸੇ ਦੂਜੇ ਬੰਦੇ ਦੇ ਬਾਰੇ 'ਚ ਜਾਣਕਾਰੀ ਰੱਖਦੇ ਹੋ, ਦੂਜੇ ਬੰਦੇ ਨੂੰ ਬਾਰੇ ਸਮਝ ਰੱਖਦੇ ਹੋ, ਜਿਵੇਂ ਸਾਈਕੋਲੋਜਿਸਟ ਆ, ਫੇਸ ਰੀਡਰ ਆ, ਜੋ ਡਾਕਟਰ ਆ, ਹਨਾ, ਉਹ ਦੂਜੇ ਬੰਦੇ ਦੇ ਅੰਦਰੋਂ ਜਾਣਨ ਦੀ ਕੋਸ਼ਿਸ਼ ਕਰਦੇ ਆ, ਤਾਂ ਉਹ ਕੀ ਹੈ ਇੰਟਰਪਰਸਨਲ ਇੰਟੈਲੀਜੈਂਸ ਹੈ। ਤਾਂ ਇਹਦੇ ਕਿੰਨਾ 'ਚ ਹੋਊਗੀ, ਜਿਹੜੇ ਥੈਰੇਪਿਸਟ ਨੇ, ਠੀਕ ਹੈ, ਜਿਹੜੇ ਥੈਰੇਪੀ ਕਰਦੇ ਨੇ। ਠੀਕ ਹੈ, ਇਸ ਤੋਂ ਬਿਨਾ ਮੈਂ ਇੱਕ ਹੋਰ ਪੁਆਇੰਟ ਕਲੀਅਰ ਕਰ ਦਿੰਦੀ, ਇੱਕ ਹੁੰਦਾ ਇੰਟਰ ਆ। ਫਰਕ ਦੇਖੋ, ਸਿਰਫ ਇੱਕ ਅੱਖਰ ਅੱਗੇ ਪਿੱਛੇ ਹੋਇਆ, ਇੰਟਰ ਆ ਤੇ ਇੰਟਰ। ਠੀਕ ਹੈ, ਜਿਹੜੀ ਇੰਟਰਾਪਰਸਨਲ ਹੈਗੀ ਆ ਬੇਟਾ ਜੀ, ਇਹ ਹੈਗੀ ਆ ਖੁਦ ਦੀ ਸਮਝ। ਇਹ ਕੁਐਸਚਨ ਬਹੁਤ ਵਾਰ ਆ ਚੁੱਕਿਆ, ਖੁਦ ਬਾਰੇ ਸਮਝ ਹੋਣਾ, ਸਵੈ ਦੀ ਪੂਰੀ ਸਮਝ ਹੋਣਾ, ਤਾਂ ਕੀ ਹੈ ਇੰਟਰਾਪਰਸਨਲ। ਠੀਕ ਹੈ ਜੀ, ਉਸ ਤੋਂ ਬਿਨਾ ਸਪੈਸ਼ਲ ਇੰਟੈਲੀਜੈਂਸ ਹੈ, ਯਾਨੀ ਕਿ ਸਥਾਨ ਬੋਧ ਨੂੰ ਲੈ ਕੇ, ਤਾਂ ਉਹ ਕਿੰਨਾ ਦੇ ਵਿੱਚ ਹੋਊਗੀ ਬੇਟਾ ਜੀ, ਜਿਹੜੇ ਸਕਲਪਚਰਲ ਨੇ ਜਾਂ ਜਿਹੜੇ ਮੂਰਤੀ ਘਾੜੇ ਨੇ, ਉਹਨਾਂ ਨੂੰ ਤੁਸੀਂ ਇੱਕ ਪੱਥਰ ਵੀ ਦੇਤਾ, ਉਹਨਾਂ ਨੇ ਉਸ ਪੱਥਰ ਦਾ ਪੂਰੀ ਮਤਲਬ ਘੋਖ ਕੇ ਉਹਦੀ ਪੂਰੀ ਜਿਹੜੀ ਹੈਗੀ ਆ ਕਿੱਥੋਂ ਕਿਵੇਂ ਕੱਟਣਾ ਹੈ, ਸਾਰੀ ਚੀਜ਼ ਸਮਝ ਕੇ ਜਿਹੜਾ ਹੈਗਾ
उस मूर्ति ਨੂੰ ਬਣਾਉਣਗੇ ਤਾਂ ਉਹ ਕਿੰਨਾ ਹੁੰਦੀ ਹੈ ਬੇਟਾ ਜੀ ਜਿਹੜੇ ਸਪੈਸ਼ਲ ਜਾਨੀ ਕਿ ਆਪਾਂ ਕਹੀਏ ਸਪੈਸ਼ਲ ਟਾਈਪ ਦੀ ਇੰਟੈਲੀਜੈਂਸੀ। ਇਸ ਤੋਂ ਬਿਨਾ ਬੇਟਾ ਜੀ ਜਿਹੜੀ ਇੰਟੈਲੀਜੈਂਸੀ ਹੈਗੀ ਹੈ ਕਿੰਨਾ ਹੋ ਸਕਦੀ ਹੈਗੀ ਜਿਵੇਂ ਸਮੁੰਦਰੀ ਜਹਾਜ਼ ਚਾਲਕ ਆ ਜਾਂ ਹਵਾਈ ਜਹਾਜ਼ ਚਾਲਕ ਆ, ਇੰਜੀਨੀਅਰ ਹੋ ਗਏ, ਠੀਕ ਹੈ, ਭਵਨ ਨਿਰਮਾਤਾ ਹੋ ਗਏ, ਆਰਕੀਟੈਕਚਰ ਹੋ ਗਏ, ਸਰਵੇਖਕ ਹੋ ਗਏ, ਮਕੈਨਿਕ ਹੋ ਗਏ, ਫੋਟੋਗ੍ਰਾਫਰ ਹੋ ਗਏ, ਉਹਨਾਂ ਨੂੰ ਸਪੈਸ਼ਲ ਬੋਧ ਹੁੰਦਾ। ਠੀਕ ਹੈ, ਜੇ ਮੈਂ ਸਿੰਪਲ ਕਵਾਂ ਸਥਾਨ ਦੀ ਰੂਪਰੇਖਾ ਜਾਂ ਕਿਸੇ ਵੀ ਕੋਈ ਵੀ ਚੀਜ਼ ਹੈਗੀ ਆ ਉਹਨੂੰ ਸਹੀ ਤਰੀਕੇ ਨਾਲ ਘੜਨਾ, ਉਸ ਚੀਜ਼ ਦੇ ਬਾਰੇ ਚ ਪ੍ਰੋਪਰ ਨੌਲੇਜ ਹੋਣਾ, ਦੈਟ ਇਜ਼ ਆ ਸਪੇਸ਼ਲ। ਠੀਕ ਹੈ, ਤੁਹਾਨੂੰ ਖਾਲੀ ਕਮਰਾ ਦੇਤਾ ਉਹਨੂੰ ਕਿਵੇਂ ਡੈਕੋਰੇਟ ਕਰਨਾ, ਕੋਈ ਪੱਥਰ ਦੇਤਾ ਉਹਦੇ ਤੇ ਕਿਵੇਂ ਦਿਮਾਗ ਲਾਉਣਾ, ਤੂੰ ਕੀ ਬਣਾ ਸਕਦੇ ਹੋ, ਦੈਟ ਇਜ਼ ਆ ਸਪੇਸ਼ਲ ਇੰਟੈਲੀਜੈਂਸ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਤੁਸੀਂ ਆਂਸਰ ਦੇਖ ਲਓ ਫਿਰ ਤੁਹਾਡਾ ਕੀ ਬਣੂਗਾ ਇੱਥੇ ਨੀਚੇ ਆਪਸ਼ਨ ਦੇ ਵਿੱਚ। ਠੀਕ ਹੈ, ਕਲੀਅਰ ਕਰ ਲਿਓ। ਮੈਂ ਬਾਕੀ ਇੰਟੈਲੀਜੈਂਸ ਵੀ ਇੱਥੇ ਦੱਸ ਦਿੰਦੀ ਹਾਂ, 4 ਟਾਈਪ ਤੁਹਾਨੂੰ ਇੱਥੇ ਦਿੱਤੀ ਹੋਈ ਹੈ, ਇੱਕ ਮੈਂ ਇੱਥੇ ਕਲੀਅਰ ਕਰਵਾਤੀ, 5 ਹੋ ਚੁੱਕੀਆਂ ਨੇ ਤੁਹਾਡੀਆਂ। ਠੀਕ ਹੈ, ਇਸ ਤੋਂ ਬਿਨਾ ਬੇਟਾ ਜੀ ਇੱਕ ਇੰਟੈਲੀਜੈਂਸ ਹੁੰਦੀ ਆ ਬੋਡਲੀ ਕਿਨੇਸਥੈਟਿਕ। ਠੀਕ ਹੈ, ਬੋਡਲੀ ਕਿਨੇਸਥੈਟਿਕ ਇੰਟੈਲੀਜੈਂਸ ਪੰਜਾਬੀ ਦੇ ਵਿੱਚ ਸਰੀਰਕ ਸੰਚਾਲਨ ਕਿਰਿਆਤਮਕ ਬੁੱਧੀ। ਸਰੀਰਕ ਸੰਚਾਲਨ ਕਿਰਿਆਤਮਕ ਬੁੱਧੀ, ਜਿਵੇਂ ਐਥਲੀਟ ਹੋ ਗਏ ਜਿਹੜੇ ਬੋਡੀ ਨੂੰ ਮੂਵ ਕਰ ਸਕਦੇ ਹੋਣ, ਠੀਕ ਹੈ, ਜਾਂ ਕੋਈ ਵੀ ਨੱਚਣ ਵਾਲਾ ਬੰਦਾ ਹੋ ਗਿਆ, ਡਾਂਸ ਜਿਹਨੂੰ ਪਸੰਦ ਹੈਗਾ ਹਨਾ, ਤਾਂ ਉਹ ਜਿਹੜੇ ਬੋਡੀ ਨੂੰ ਮੂਵ ਕਰ ਸਕਦੇ ਉਹਨਾਂ ਦੇ ਵਿੱਚ ਇੰਟੈਲੀਜੈਂਸ ਹੋਊਗੀ। ਠੀਕ ਹੈ ਜੀ, ਇਸ ਤੋਂ ਬਿਨਾ ਬੇਟਾ ਜੀ ਇੱਕ ਇੰਟੈਲੀਜੈਂਸ ਜਿਹੜੀ ਮੋਸਟ ਇੰਪੋਰਟੈਂਟ ਰਹਿੰਦੀ ਹੈਗੀ ਉਹ ਹੈਗੀ ਆ ਲੌਜੀਕਲ ਨਿਊਮੈਰੀਕਲ। ਠੀਕ ਹੈ, ਇੱਕ ਟਾਈਪ ਹੈਗੀ ਆ ਲੌਜੀਕਲ, ਆ 6ਵੀਂ ਜਾਂ 7ਵੀਂ ਹਾਂਜੀ, ਲੌਜੀਕਲ ਨਿਊਮੈਰੀਕਲ, ਨਾਮ ਤੋਂ ਹੀ ਕਲੀਅਰ ਆ। ਠੀਕ ਹੈ, ਅਗਰ ਕੋਈ ਲੌਜਿਕ ਲਾ ਸਕਦਾ ਨੰਬਰ ਦੇ ਉੱਪਰ ਤਾਂ ਉਹਨੂੰ ਅਸੀਂ ਕੀ ਕਹਿ ਸਕਦੇ ਹੈਗੇ ਆ, ਲੌਜੀਕਲ ਨਿਊਮੈਰੀਕਲ ਇੰਟੈਲੀਜੈਂਸ। ਤਰਕ ਨੂੰ ਸਮਝਣਾ ਕਿਸੇ ਵੀ ਫੀਲਡ ਦੇ ਵਿੱਚ, ਜਾਂ ਫਿਰ ਜਿਹੜੇ ਨੰਬਰਸ ਹੈਗੇ ਨੇ ਉਹਨਾਂ ਨੂੰ ਸਮਝਣਾ, ਕੋਈ ਵੀ ਜਿਹੜੀਆਂ ਬੁਝਾਰਤਾਂ ਹੈਗੀਆਂ ਉਹਨਾਂ ਨੂੰ ਸਮਝਣਾ, ਤਾਂ ਉਹਨਾਂ ਦੇ ਵਿੱਚ ਕਿਹੜੀ ਇੰਟੈਲੀਜੈਂਸ ਹੋਊਗੀ, ਲੌਜੀਕਲ ਇੰਟੈਲੀਜੈਂਸ ਹੋਊਗੀ। ਐਗਜ਼ਾਮਪਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਸਾਇੰਟਿਸਟ ਹੋ ਗਏ, ਗਣਿਤ ਸ਼ਾਸਤਰੀ ਹੋ ਗਏ, ਫਿਲੋਸਫਰਸ ਹੋ ਗਏ, ਬੈਂਕਰ ਹੋ ਗਏ, ਅਕਾਊਂਟੈਂਟਸ ਹੋ ਗਏ, ਸਟੈਟਿਸ਼ੀਅਨਸ ਹੋ ਗਏ, ਉਹਨਾਂ ਸਾਰਿਆਂ ਦੇ ਵਿੱਚ ਕਿਹੜੀ ਇੰਟੈਲੀਜੈਂਸ ਹੁੰਦੀ ਹੈ ਜੀ, ਲੌਜੀਕਲ ਨਿਊਮੈਰੀਕਲ। ਲੇਟਰ ਔਨ ਬੇਟਾ ਜੀ 2 ਇੰਟੈਲੀਜੈਂਸ ਐਡ ਕੀਤੀਆਂ ਗਈਆਂ। ਠੀਕ ਹੈ, ਕਿਹੜੀਆਂ 2 ਲੇਟਰ ਔਨ ਐਡ ਕੀਤੀਆਂ ਗਈਆਂ ਬੇਟਾ ਜੀ, ਤਾਂ ਹੁੰਦੀ ਹੈ ਨੈਚੁਰਲਿਸਟਿਕ। ਠੀਕ ਹੈ, ਜਿਹਨੂੰ ਤੁਸੀਂ 8th ਕਹਿ ਸਕਦੇ ਹੋ, ਨੈਚੁਰਲਿਸਟਿਕ 8ਵੀਂ ਇੰਟੈਲੀਜੈਂਸ ਆ। ਨੈਚੁਰਲਿਸਟਿਕ ਬੇਟਾ ਜੀ ਲਾਈਕ ਪ੍ਰਕਿਰਤੀ ਦੇ ਨਾਲ, ਪ੍ਰਕਿਰਤੀ ਦੇ ਬਾਰੇ ਚ ਸਮਝ ਹੋਣਾ, ਪਸ਼ੂਆਂ ਆਲੇ ਦੁਆਲੇ ਦੀ ਕਦਰ ਕਰਨਾ, ਜਿਵੇਂ ਮਾਲੀ ਹੋ ਗਏ, ਫਾਰਮਰ ਹੋ ਗਏ ਨਾ, ਉਹਨਾਂ ਦੇ ਵਿੱਚ ਇਹ ਇੰਟੈਲੀਜੈਂਸ ਹੋਊਗੀ। ਤੇ ਲਾਸਟ ਜਿਹੜੀ ਇੰਟੈਲੀਜੈਂਸ ਹੈਗੀ ਆ ਬੇਟਾ ਜੀ ਉਹ ਹੈਗੀ ਆ ਐਗਜ਼ਿਸਟੈਂਸ਼ੀਅਲ। ਐਗਜ਼ਿਸਟੈਂਸ਼ੀਅਲ ਇੰਟੈਲੀਜੈਂਸ ਹੁੰਦੀ ਆ ਜਿਹੜੀ ਮੌਜੂਦਗੀ, ਹਰ ਚੀਜ਼ ਦੀ ਮੌਜੂਦਗੀ ਨੂੰ ਮੰਨਦੇ ਹੋਣ। ਠੀਕ ਹੈ, ਅਧਿਆਤਮਕ ਜਾਂ ਧਾਰਮਿਕ ਵਿਚਾਰ ਰੱਖਣ ਵਾਲੇ ਪਰਸਨ ਹੋ ਸਕਦੇ ਆ। ਠੀਕ ਹੈ, ਜਿਵੇਂ ਸੇਂਟ ਹੋ ਗਏ, ਕੋਈ ਰਿਸਰਚਰ ਹੋ ਗਏ, ਜਿਵੇਂ ਇਹ ਉਹ ਲੋਕ ਹੋ ਸਕਦੇ ਆ ਜਿਹੜੇ ਕਿ ਇਹ ਕਹਿਣ ਕਿ ਮੌਤ ਤੋਂ ਬਾਅਦ ਵੀ ਜੀਵਨ ਹੈ, ਕਿਵੇਂ ਹੈ, ਮੌਜੂਦਗੀ ਕਿਵੇਂ ਆ, ਆਤਮਾ ਹੈ ਜਾਂ ਨਹੀਂ, ਜੇ ਆਪਾਂ ਕਹੀਏ ਬੁੱਧਿਜ਼ਮ ਜਾਂ ਜੈਨਿਜ਼ਮ ਹਨਾ, ਇਸ ਤਰ੍ਹਾਂ ਦੀ ਜਿਹੜੀ ਧਾਰਮਿਕ ਵਿਚਾਰਧਾਰਾ ਹੁੰਦੀ ਉਹ ਵਾਲੇ ਲੋਕ, ਤਾਂ ਉਹ ਕਿਹੜੀ ਇੰਟੈਲੀਜੈਂਸ ਹੈਗੀ ਹੈ, ਐਗਜ਼ਿਸਟੈਂਸ਼ੀਅਲ। ਕਲੀਅਰ ਬੇਟਾ ਜੀ, ਤਾਂ ਹੁਣ ਤੁਸੀਂ ਇਹਦੇ ਅਕੋਰਡਿੰਗ ਆਂਸਰ ਦੇਖ ਲਓ ਕਿ ਇੱਥੇ ਨੀਚੇ ਕਿਹੜਾ ਬਣੂਗਾ। ਹੋਪ ਆਂਸਰ ਤੁਹਾਡਾ ਬਣੇਗਾ ਇਹਦੇ ਚੋਂ 3rd। ਠੀਕ ਹੈ ਜੀ, ਕਲੀਅਰ ਬੇਟਾ ਜੀ। Next question ji. The class teacher observed Ragd is in her class playing melodious self-composed music. Music compose ਕੀਤਾ ਉਹਨੇ keyboard ਦੇ ਉੱਪਰ। The class teacher thought that Raghav seemed to have high in intelligence. ਤਾਂ ਉਹਦੇ ਚ ਕਿਹੜੀ intelligence ਬੇਟਾ ਜ਼ਿਆਦਾ, ਮੈਂ already ਦੱਸ ਚੁੱਕੀ ਹਾਂ, music ਦੀ। ਠੀਕ ਹੈ, music ਦੀ intelligence ਜਿਹੜੇ ਵੀ music ਨੂੰ ਸਮਝਦੇ ਆ, ਵਜਾਉਂਦੇ ਆ, ਠੀਕ ਹੈ, ਕਿਸੇ ਵੀ ਤਰ੍ਹਾਂ ਦੀ ਉਹ ਮਿਊਜ਼ਿਕ ਦੀ ਨੌਲੇਜ ਰੱਖਦੇ ਹੋਣ ਤਾਂ ਉਹਨਾਂ ਦੇ ਵਿੱਚ ਮਿਊਜ਼ੀਕਲ ਇੰਟੈਲੀਜੈਂਸ ਹੁੰਦੀ ਆ। ਭਾਸ਼ਾ, ਕਵੀ ਹੋ ਗਏ, ਕੋਈ ਵੀ ਲਿਰਿਕਸ ਜਿਹੜੇ ਲਿਖਦੇ ਨੇ ਉਹ ਹੋ ਗਏ, ਠੀਕ ਹੈ, ਉਹਨਾਂ ਦੇ ਵਿੱਚ ਲਿੰਗੁਇਸਟਿਕ ਹੋਊਗੀ। ਸਪੈਸ਼ਲ ਮੈਂ ਆਲਰੇਡੀ ਐਗਜ਼ਾਮਪਲਸ ਦੇ ਚੁੱਕੀ ਹਾਂ, ਜਹਾਜ਼ ਚਾਲਕ ਹੋ ਗਏ, ਫੋਟੋਗ੍ਰਾਫਰ ਹੋ ਗਏ, ਸਰਵੇਖਕ ਹੋ ਗਏ, ਮਕੈਨਿਕ ਹੋ ਗਏ। ਬੋਡਲੀ ਕਿਨੇਸਟਿਕ ਦੇ ਵਿੱਚ ਬੇਟਾ ਜਿਮਨਾਸਟਿਕ, ਜਿਹੜੇ ਡਾਂਸਰ ਨੇ ਜਾਂ ਐਥਲੀਟ ਹੋ ਗਏ। ਠੀਕ ਹੈ, ਇਹ ਥਿਊਰੀ ਬਹੁਤ ਇੰਪੋਰਟੈਂਟ ਹੈ ਬੇਟਾ, ਇਸ ਕਰਕੇ ਮੈਂ ਇਹਦੇ ਕੁਐਸਚਨ ਜ਼ਿਆਦਾ ਤੁਹਾਨੂੰ ਐਡ ਕੀਤੇ ਨੇ। Next question है बेटा जी, intelligence dash intelligence is the ability to understand and discern the feeling and intention of others। ठीक है, ਡੈਸ਼ ਉਹ ਬੁੱਧੀ ਆ ਕਹਿੰਦੇ ਜਿਹਦੇ ਚ ਤੁਸੀਂ ਦੂਜਿਆਂ ਦੀਆਂ ਜਿਹੜੀਆਂ ਭਾਵਨਾ ਹੈਗੀਆਂ ਉਹਨੂੰ ਸਮਝਦੇ ਹੋ। ਤਾਂ ਮੈਂ ਕਿਹੜੀ ਕਹੀ ਸੀ ਜੀ, ਇੰਟਰਪਰਸਨਲ। ਠੀਕ ਹੈ ਜੀ, ਇੰਟਰਪਰਸਨਲ ਇੰਟੈਲੀਜੈਂਸ ਦੇ ਵਿੱਚ ਤੁਸੀਂ ਦੂਜਿਆਂ ਦੇ ਬਾਰੇ ਸਮਝਦੇ ਹੋ। ਦੈਨ ਕਹਿੰਦੇ ਸੈਕਿੰਡ ਆ ਡੈਸ਼ ਇੰਟੈਲੀਜੈਂਸ ਇਜ਼ ਅਬਿਲਿਟੀ ਟੂ ਅੰਡਰਸਟੈਂਡ ਵਨਸ ਓਨ ਫੀਲਿੰਗ। ਤੇ ਜਿਹੜੀ ਡੈਸ਼ ਇੰਟੈਲੀਜੈਂਸ ਆ ਉਹ ਚ ਤੁਸੀਂ ਆਪਣੀਆਂ ਫੀਲਿੰਗ ਸਮਝਦੇ ਹੋ। ਤਾਂ ਕਿਹੜੀ ਇੰਟੈਲੀਜੈਂਸ ਸੀਗੀ ਜੀ, ਇੰਟਰਾਪਰਸਨਲ। ਠੀਕ ਹੈ, ਇੰਟਰਾਪਰਸਨਲ। ਤਾਂ ਆਂਸਰ ਫਿਰ ਤੁਹਾਡਾ ਕੀ ਬਣਿਆ ਜੀ, ਇੰਟਰਪਰਸਨਲ।
एंड इंट्रापर्सनल अपनियां दूजियां दियां फीलिंग समझदे हो तां इंटर आ, ठीक है, इंटर ई आर, ठीक है, अपनियां फीलिंग समझदे हो तां की है जी इंटरा। क्लियर। नेक्स्ट क्वेश्चन जी, विच वन ऑफ द फॉलोइंग इज द फॉर्म ऑफ स्टर्नबर्ग्स हिरार्चिक थ्योरी ऑफ इंटेलिजेंस। काफी इंपॉर्टेंट थ्योरी है बेटा जी स्टर्नबर्ग दी ट्रार्चिक थ्योरी ऑफ इंटेलिजेंस। ट्रार्चिक क्यों आखदे आ क्योंकि ਇਹਦੇ ਚ ਤਿੰਨ सब थ्योरीज ਜਿਹੜੀਆਂ ਹੈਗੀਆਂ ਉਹ ਐਡ ਕੀਤੀਆਂ ਗਈਆਂ ਨੇ। ਕਿਹੜੀਆਂ-ਕਿਹੜੀਆਂ ਤਿੰਨ सब थ्योरीज ਨੇ ਜੀ, ਮੈਂ ਸਿਰਫ ਇੱਥੇ ਨਾਮ ਲਿਖ ਦਿੰਨੀ ਆ, ਅੱਛੀ ਤਰ੍ਹਾਂ ਤੁਹਾਨੂੰ ਥਿਊਰੀ ਕਲਾਸ ਦੇ ਵਿੱਚ ਕਰਵਾਈ ਹੋਈ ਆ। ਕੌਨਟੈਕਸਚੁਅਲ, ਠੀਕ ਹੈ ਜੀ, ਕੌਨਟੈਕਸਚੁਅਲ सब थ्योरी ਇਹਦੇ ਚ ਐਡ ਆ। ਦੈਨ ਬੇਟਾ ਜੀ एक्सपैरीमेंटल थ्योरी, ठीक है, ऐड आ। देन बेटा जी कंपोनेंटल, ठीक है जी, कंपोनेंटल थ्योरी अच्छी तरह तुहानू करवाइयां हुई है। ਇਹਦੇ ਚ ਜਿਹੜੀ बेटा जी ਸਾਡੇ ਕੋਲ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜੀ ਕ੍ਰੀਏਟਿਵ ਹੈਗੀ ਆ ਇਹਨੂੰ ਜਿਹੜੀ ਐਕਸਪੈਰੀਮੈਂਟਲ ਹੈਗੀ ਆ ਇਹਨੂੰ ਅਸੀਂ ਕ੍ਰੀਏਟਿਵ ਇੰਟੈਲੀਜੈਂਸ ਵੀ ਕਹਿ ਸਕਦੇ ਆ, ਠੀਕ ਹੈ, ਪ੍ਰੈਕਟੀਕਲ ਇੰਟੈਲੀਜੈਂਸ ਵੀ ਕਹਿ ਸਕਦੇ ਆ। ਤਾਂ ਜਿਹੜੀ ਸਟਰਨਬਰਗ ਦੀ ਥਿਊਰੀ ਹੈਗੀ ਆ ਉਹਦੇ ਚ बेटा जी ਕਿਹੜੀ ਆ ਜੂਗੀ ਸਾਡੇ ਕੋਲ ਪ੍ਰੈਕਟੀਕਲ ਇੰਟੈਲੀਜੈਂਸ, ਠੀਕ ਹੈ। ਤਾਂ ਇਹ ਪ੍ਰੈਕਟੀਕਲ ਇੰਟੈਲੀਜੈਂਸ ਦੇ ਬਿਹਾਫ ਦੇ ਉੱਪਰ ਵਰਕ ਕਰਦੀ ਹੈ ਇਹ ਵਾਲੀ ਥਿਊਰੀ। ਇਸ ਤੋਂ ਬਿਨਾ ਜਿਹੜੀ ਥਿਊਰੀ ਹੈਗੀ ਹੈ ਇਸ ਥਿਊਰੀ ਨੂੰ बेटा जी ਪ੍ਰੋਸੈਸ ਓਰੀਐਂਟਡ ਥਿਊਰੀ ਵੀ ਆਖਦੇ ਆ, ਠੀਕ ਹੈ, ਪ੍ਰੋਸੈਸ ਓਰੀਐਂਟਡ ਥਿਊਰੀ ਵੀ ਆਖਿਆ ਜਾਂਦਾ। ਕਿਉਂ ਆਖਦੇ ਆ ਕਿਉਂਕਿ ਇਹਦੇ ਅਕੋਰਡਿੰਗ ਜਿਹੜੀ ਵੀ ਲਰਨਿੰਗ ਕਰਦਾ ਹੈਗਾ ਬੱਚਾ ਜਾਂ ਜਿਹੜੀ ਆਪਣੀ ਬੁੱਧੀ ਯੂਜ਼ ਕਰਦਾ ਹੈਗਾ, ਜਿਹੜੇ ਵੀ ਮਤਲਬ ਆਪਾਂ ਕਹੀਏ ਜਿਹੜੇ ਵੀ ਨੌਲੇਜ ਇਕੱਠੀ ਕਰਦਾ ਜਾਂ ਪ੍ਰੋਬਲਮ ਨੂੰ ਸੋਲਵ ਕਰਦਾ ਹੈਗਾ ਤਾਂ ਉਹਨੂੰ 5 ਸਟੈਪਸ ਦੇ ਵਿੱਚੋਂ ਲੰਘ ਕੇ ਇਨਫੋਰਮੇਸ਼ਨ ਇਕੱਠੀ ਕਰਦਾ ਜਾਂ ਜੋ ਵੀ ਉਹਦਾ ਪ੍ਰੋਸੈਸ ਹੈਗਾ ਪ੍ਰੋਬਲਮ ਸੋਲਵ ਕਰਨ ਦਾ ਉਹਦੇ ਚੋਂ ਲੰਘਦਾ, ਠੀਕ ਹੈ। ਤਾਂ ਤੁਸੀਂ ਸਿੰਪਲ ਕਹਿ ਸਕਦੇ ਹੋ ਜੇ ਮੈਂ ਡਿਫਾਈਨ ਕਰਾਂ बेटा ਇੰਟੈਲੀਜੈਂਸ ਕੀ ਹੈ ਕਿ ਸੂਚਨਾ ਪ੍ਰਾਪਤ ਕਰਨਾ ਜਾਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ, ਹਨਾ। ਤੇ ਇਹਦਾ ਇਹੀ ਮਤਲਬ ਆ ਕਿ ਇਹਨੇ ਕਿਹਾ ਪ੍ਰੋਸੈਸ ਹੁੰਦੀ ਆ ਉਹ ਇੰਟੈਲੀਜੈਂਸ ਦੀ, ਠੀਕ ਹੈ। ਕਿਹੜੀ ਕਿਹੜੀ ਪ੍ਰੋਸੈਸ ਆਉਣੇ ਕਿਹਾ ਸਭ ਤੋਂ ਪਹਿਲਾਂ ਇਨਕੋਡਿੰਗ ਕਰਾਂਗੇ, ਠੀਕ ਹੈ, ਇਨਕੋਡਿੰਗ ਕਰਾਂਗੇ। ਇਨਕੋਡਿੰਗ ਦਾ ਮਤਲਬ ਕੀ ਹੁੰਦਾ ਸੂਚਨਾ ਦੀ ਪਛਾਣ ਕਰਨਾ, ਜਿਹੜੀ ਵੀ ਤੁਹਾਡੇ ਕੋਲ ਪ੍ਰੋਬਲਮ ਆਈ ਆ ਉਸ ਪ੍ਰੋਬਲਮ ਦੇ ਨਾਲ ਰਿਲੇਟਡ ਸੂਚਨਾ ਨੂੰ ਇਕੱਠੀ ਕਰਨਾ, ਠੀਕ ਹੈ। ਦੂਜਾ ਸਟੈਪ ਫਿਰ ਕੀ ਹੋਊਗਾ ਇਨਫਰਿੰਗ, ਠੀਕ ਹੈ, ਇਨਫਰਿੰਗ ਹੁੰਦਾ ਅਨੁਮਾਨ ਲਾਉਣਾ, ਠੀਕ ਹੈ। ਤਾਂ ਜਿਹੜੀ ਤੁਸੀਂ ਜਾਣਕਾਰੀ ਇਕੱਠੀ ਕੀਤੀ ਹੈ ਇੱਥੇ ਪ੍ਰੋਬਲਮ ਸਮੱਸਿਆ ਸੀ ਕਿ ਸਮੱਸਿਆ ਦੇ ਨਾਲ ਜੋ ਇਨਫੋਰਮੇਸ਼ਨ ਇਕੱਠੀ ਕਰ ਲਈ ਦੇਖੋਗੇ ਕਿ ਕਿਹੜੀ ਜਿਹੜੀ ਹੈਗੀ ਇਨਫੋਰਮੇਸ਼ਨ ਉਹ ਮੇਰੀ ਪ੍ਰੋਬਲਮ ਦੇ ਨਾਲ ਮੇਲ ਖਾਂਦੀ ਹੈ, ਠੀਕ ਹੈ। ਫਿਰ ਬੇਟਾ ਜੀ ਮੈਪਿੰਗ ਕਰੋਗੇ, ਠੀਕ ਹੈ। ਮੈਪਿੰਗ ਦਾ ਮਤਲਬ ਕੀ ਹੁੰਦਾ ਕਿ ਵਿਅਕਤੀ ਇਹ ਦੇਖਦਾ ਕਿ ਜਿਹੜੀ ਮੇਰੀ ਪੁਰਾਣੀ ਕੰਡੀਸ਼ਨ ਦੇ ਵਿੱਚ ਜਦੋਂ ਇਹ ਸਮੱਸਿਆ ਆਈ ਸੀ ਤਾਂ ਉਹਨੂੰ ਮੈਂ ਉਦੋਂ ਕਿਸ ਤਰੀਕੇ ਦੇ ਨਾਲ ਕੋਰਿਲੇਟ ਕੀਤਾ ਸੀ, ਠੀਕ ਹੈ। ਉਸ ਤੋਂ ਬਾਅਦ ਬੇਟਾ ਜੀ ਫੋਰਥ ਆ ਜਾਂਦਾ ਹੈਗਾ ਐਪਲੀਕੇਸ਼ਨ। ਫਿਰ ਜਿਹੜੀ ਹੈਗੀ ਉਹਨੇ ਇਨਫੋਰਮੇਸ਼ਨ ਇਕੱਠੀ ਕੀਤੀ ਆ ਉਸ ਇਨਫੋਰਮੇਸ਼ਨ ਨੂੰ ਅਪਲਾਈ ਕਰਦਾ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਤੇ ਫਾਈਨਲੀ ਜਿਹੜਾ ਹੈਗਾ ਪ੍ਰੋਬਲਮ ਨੂੰ ਤੁਸੀਂ ਜੋ ਸੋਲਵ ਕਰਨ ਦੇ ਲਈ ਜੋ ਵੀ ਐਪਲੀਕੇਸ਼ਨ ਲਾਈ ਜੋ ਵੀ ਇੰਪਲੀਮੈਂਟੇਸ਼ਨ ਕੀਤੀਆਂ ਉਸ ਤੋਂ ਬਾਅਦ ਇੱਕ ਰਿਸਪੌਂਸ ਇੱਕ ਨਤੀਜਾ ਸਾਹਮਣੇ ਆਊਗਾ, ਠੀਕ ਹੈ। ਤਾਂ ਕਹਿੰਦੇ ਇਸ ਤਰੀਕੇ ਨਾਲ ਪ੍ਰੋਸੈਸ ਹੁੰਦੀ ਆ ਅਕੋਰਡਿੰਗ ਟੂ ਸਟਰਨਬਰਗਸ ਥਿਊਰੀ। नेक्स्ट क्वेश्चन आ जी हु डेवलप्स अ फर्स्ट इंटेलिजेंस टेस्ट। ਤਾਂ ਕਿਹਨੇ ਬੇਟਾ ਜੀ ਪਹਿਲਾ ਇੰਟੈਲੀਜੈਂਸ ਟੈਸਟ ਬਣਾਇਆ ਸੀ? ਕਾਫੀ ਵਾਰ ਮੈਂ ਕਲਾਸ ਦੇ ਵਿੱਚ ਦੱਸ ਚੁੱਕੀ ਹਾਂ, ਅਲਫਰੈਡ ਬਿਨੇ ਨੇ। ਵੈਸੇ 1900 ਦੇ ਵਿੱਚ ਹੀ ਪਹਿਲਾ ਟੈਸਟ ਬਣ ਗਿਆ ਸੀ ਬਟ ਇਹ ਪੂਰੀ ਤਰ੍ਹਾਂ ਹੋ ਗਿਆ ਫੇਲ, ਤਾਂ ਇਸ ਕਰਕੇ ਫਿਰ ਅਲਫਰੈਡ ਬਿਨੇ ਨੇ 1905 ਦੇ ਵਿੱਚ ਜਿਹੜਾ ਫਰਸਟ ਇੰਟੈਲੀਜੈਂਟ ਟੈਸਟ ਬਣਾਇਆ ਸੀ। ਇਹਦੇ ਕਰਕੇ ਬੇਟਾ ਜੀ ਇਹ ਜਿਹੜੇ ਹੈਗੇ ਨੇ ਆਈਕਿਊ ਟੈਸਟ ਦੇ ਫਾਦਰ ਮੰਨੇ ਜਾਂਦੇ ਆ ਅਲਫਰੈਡ ਬਿਨੇ, ਠੀਕ ਹੈ ਜੀ। नेक्स्ट है बेटा जी इमोशनल इंटेलिजेंस में बी एसोसिएटेड विद विच डोमेन ऑफ थ्योरी ऑफ मल्टीपल इंटेलिजेंस। जे तुसी मल्टीपल इंटेलिजेंस ਨੂੰ ਦੇਖਦੇ ਹੋ ਤਾਂ ਕਿਹੜੀ ਦੇ ਵਿੱਚ ਕਿਹੜੀ ਇੰਟੈਲੀਜੈਂਸ ਦੇ ਵਿੱਚ ਤੁਸੀਂ ਇਮੋਸ਼ਨਲ ਇੰਟੈਲੀਜੈਂਸ ਨੂੰ ਲੈ ਸਕਦੇ ਹੋ। ਤਾਂ ਇਮੋਸ਼ਨ ਕਿਹੜੇ ਨੇ ਜੀ ਸਾਡੇ ਪਰਸਨਲ, ਹਨਾ। ਤੇ ਇਸ ਕਰਕੇ ਇਮੋਸ਼ਨਲ ਇੰਟੈਲੀਜੈਂਸ ਹੀ ਕਿਹਦੇ ਚ ਆ ਗਈ ਜੀ ਇੰਟਰਪਰਸਨਲ ਇੰਟੈਲੀਜੈਂਸ ਦੇ ਵਿੱਚ, ਠੀਕ ਹੈ। ਤਾਂ ਪਰ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਇਜ਼ ਅ ਪਾਰਟ ਆਫ ਇੰਟਰਪਰਸਨਲ ਇੰਟੈਲੀਜੈਂਸ। नेक्स्ट हैगा जी द टर्म जी फैक्टर, ठीक है जी। ਜਿਹੜੀ ਟਰਮ ਯੂਜ਼ ਕੀਤੀ ਗਈ ਹੈਗੀ ਜੀ ਫੈਕਟਰ ਰਿਟਨ ਬਾय ਸਪੀਅਰਮੈਨ ਰੈਫਰਸ ਟੂ। ਤਾਂ ਜੀ ਫੈਕਟਰ ਨੂੰ ਲੈ ਕੇ ਥਿਊਰੀ ਦਿੱਤੀ ਸੀ ਸਪੀਅਰਮੈਨ ਨੇ ਦਿੱਤੀ ਸੀ। ਥਿਊਰੀ ਦਾ ਨਾਮ ਕੀ ਸੀਗਾ ਜੀ ਟੂ ਫੈਕਟਰ ਥਿਊਰੀ, ਠੀਕ ਹੈ। ਟੂ ਫੈਕਟਰ ਥਿਊਰੀ ਕਿਹੜੇ ਟੂ ਫੈਕਟਰ ਦਿੱਤੇ ਸ਼ੁਰੂ ਦੇ ਵਿੱਚ ਇੱਕ ਜੀ ਫੈਕਟਰ ਆ, ਠੀਕ ਹੈ, ਇੱਕ ਐਸ ਫੈਕਟਰ ਆ, ਠੀਕ ਹੈ ਜੀ। ਜੀ ਫੈਕਟਰ ਕੀ ਸੀਗਾ ਜੀ ਜਿਹਨੂੰ ਉਹਨੇ ਆਖਿਆ ਜਰਨਲ, ਠੀਕ ਹੈ, ਜਨਰਲ ਅਬਿਲਿਟੀਜ਼ ਜਿਹੜੀਆਂ ਹਰ ਪਰਸਨ ਦੇ ਵਿੱਚ ਹੋਣਗੀਆਂ। ਮਾਤਰਾ ਅਲੱਗ-ਅਲੱਗ ਹੋ ਸਕਦੀ ਹੈ, ਜਨਮਜਾਤ ਹੋਊਗੀ, ਠੀਕ ਹੈ, ਜਨਮ ਤੋਂ ਹੀ ਬੰਦੇ ਦੇ ਵਿੱਚ ਮੌਜੂਦ ਹੋਊਗੀ ਤੇ ਉਹ ਕਿੰਨਾ ਕੁ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋਊਗਾ ਉਹਦੇ ਵਿੱਚ ਜੀ ਫੈਕਟਰ ਦਾ ਬਹੁਤ ਵੱਡਾ ਰੋਲ ਹੋਊਗਾ, ਠੀਕ ਹੈ ਜੀ, ਕਲੀਅਰ।
ਤੇ ਬੇਟਾ ਜੀ ਇਹ ਜਿੰਨੀਆਂ ਵੀ ਐਕਟੀਵਿਟੀ ਹਿਊਮਨ ਬੀਇੰਗ ਕਰਦਾ ਉਹਨਾਂ ਸਾਰਿਆਂ ਦੇ ਵਿੱਚ ਜੀ ਫੈਕਟਰ ਆ ਜਿਹੜਾ ਇਨਵੋਲਵ ਹੁੰਦਾ ਹੀ ਹੁੰਦਾ। ਤਾਂ ਜੀ ਦਾ ਮਤਲਬ ਹੈਗਾ ਇੱਥੇ ਜੀ ਜਨਰਲ ਅਬਿਲਿਟੀ। ਇੱਥੇ ਮੈਂ ਐਸ ਫੈਕਟਰ ਵੀ ਕਲੀਅਰ ਕਰ ਦਿੰਨੀ ਆ, ਉਹਨੇ ਐਸ ਫੈਕਟਰ ਦੀ ਵੀ ਗੱਲ ਕੀਤੀ, ਬਟ ਐਸ ਫੈਕਟਰ ਆ ਜਿਹੜਾ ਉਹ ਸਾਰੀਆਂ ਐਕਟੀਵਿਟੀਜ਼ 'ਚ ਨਹੀਂ ਹੁੰਦਾ, ਕਿਸੇ ਖਾਸ ਐਕਟੀਵਿਟੀਜ਼ ਦੇ ਵਿੱਚ ਹੋਊਗਾ। ਹਰ ਐਕਟੀਵਿਟੀ ਦੇ ਲਈ ਐਸ ਫੈਕਟਰ ਆ ਜਿਹੜਾ ਉਹ ਅਲੱਗ-ਅਲੱਗ ਹੋਊਗਾ। ਜਾਨੀ ਕਿ ਜੀ ਫੈਕਟਰ ਮੈਂ ਤੁਹਾਨੂੰ ਕਲਾਸ ਦੇ ਵਿੱਚ ਸਮਝਾਇਆ ਵੀ ਸੀ। ਮੰਨ ਲਓ 4 ਐਕਟੀਵਿਟੀਜ਼ ਤੁਸੀਂ ਕਰ ਰਹੇ ਹੋ, ਠੀਕ ਹੈ, 4 ਐਕਟੀਵਿਟੀਜ਼ ਕਰ ਰਹੇ ਹੋ। ਆ ਐਕਟੀਵਿਟੀ ਹੈਗੀ ਹੈ ਬੇਟਾ ਜੀ ਤੁਹਾਡੀ ਡਾਂਸ ਦੀ, ਇਹ ਐਕਟੀਵਿਟੀ ਹੈਗੀ ਹੈ ਬੇਟਾ ਜੀ ਤੁਹਾਡੀ ਮੈਥਸ ਦੀ, ਠੀਕ ਹੈ ਜੀ। ਇਹ ਐਕਟੀਵਿਟੀ ਹੈਗੀ ਆ ਬੇਟਾ ਜੀ ਤੁਹਾਡੀ ਕੋਈ ਵੀ ਲੈ ਲਓ ICT ਦੀ, ਕੰਪਿਊਟਰ ਦੇ ਨਾਲ ਰਿਲੇਟਡ ਨੌਲੇਜ ਦੀ, ਠੀਕ ਹੈ ਜੀ। ਇਹ ਲੈ ਲਓ ਤੁਸੀਂ ਪੇਂਟਿੰਗ ਦੀ, ਹਨਾ। ਇਹ ਜਿੰਨੀਆਂ ਵੀ ਐਕਟੀਵਿਟੀਜ਼ ਤੁਸੀਂ ਕਰ ਰਹੇ ਹੋ ਇਹਨਾਂ ਸਾਰੀਆਂ ਦੇ ਵਿੱਚ ਇੱਕ ਚੀਜ਼ ਕਾਮਨ ਰਹੂਗੀ, ਉਹ ਕਿਹੜਾ ਹੈਗਾ ਜੀ ਜੀ ਫੈਕਟਰ, ਠੀਕ ਹੈ। ਜੀ ਫੈਕਟਰ ਆ ਜਿਹੜਾ ਉਹ ਸਭ ਦੇ ਵਿੱਚ ਇੱਕ ਸਮਾਨ ਹੀ ਰਹਿੰਦਾ, ਬਟ ਕੋਈ ਵੀ ਪਰਸਨ ਡਾਂਸ ਦੇ ਵਿੱਚ ਕਿੰਨਾ ਹੈਗਾ ਉਹਦੇ ਲਈ ਐਸ ਫੈਕਟਰ ਅਲੱਗ ਹੋਊਗਾ, ਮੈਥ ਦੇ ਲਈ ਐਸ ਫੈਕਟਰ ਅਲੱਗ ਹੋਊਗਾ, ਤੇ ਜਿਹੜੀ ICT ਉਹਦੇ ਲਈ ਐਸ ਫੈਕਟਰ ਅਲੱਗ ਹੋਊਗਾ, ਤੇ ਪੇਂਟਿੰਗ ਲਈ ਐਸ ਫੈਕਟਰ ਅਲੱਗ ਹੋਊਗਾ। ਮਤਲਬ ਇਹ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਕਿਸੇ ਚੀਜ਼ ਦੇ ਵਿੱਚ ਸੁਪੀਰੀਅਰ ਹੋ। ਅਗਰ ਕੋਈ ਵੀ ਬੰਦਾ ਡਾਂਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਪੀਰੀਅਰ ਆ ਤਾਂ ਇਹਦਾ ਮਤਲਬ ਉਹਦੀ ਜਿਹੜੀ ਐਸ ਫੈਕਟਰ ਹੈਗਾ ਡਾਂਸ ਨੂੰ ਲੈ ਕੇ ਉਹ ਬਹੁਤ ਹੀ ਜ਼ਿਆਦਾ ਸ਼ਾਰਪ ਆ, ਠੀਕ ਹੈ। ਤਾਂ ਐਸ ਫੈਕਟਰ ਆ ਜਿਹੜਾ ਹਰ ਐਕਟੀਵਿਟੀ ਦੇ ਲਈ ਅਲੱਗ-ਅਲੱਗ ਹੋਊਗਾ, ਤੇ ਕਿਸੇ ਖਾਸ ਖੇਤਰ ਦੇ ਵਿੱਚ ਜੇ ਤੁਸੀਂ ਸਕਸੈਸਫੁਲ ਹੁੰਦੇ ਹੋ ਤਾਂ ਉਹਦੇ ਚ ਐਸ ਫੈਕਟਰ ਦਾ ਰੋਲ ਇੰਪੋਰਟੈਂਟ ਹੁੰਦਾ, ਠੀਕ ਹੈ ਜੀ। ਇਹਦੇ ਉੱਪਰ ਜਿਹੜਾ ਐਸ ਫੈਕਟਰ ਆ ਉਹਦੇ ਉੱਪਰ ਸਿੱਖਣ ਦਾ, ਅਨੁਭਵਾਂ ਦਾ ਅਸਰ ਹੁੰਦਾ। ਜਿਹੜੇ ਜਰਨਲ ਫੈਕਟਰ ਹੈਗਾ ਇਹਦੇ ਉੱਪਰ ਇਹਨਾਂ ਦਾ ਅਸਰ ਨਹੀਂ ਹੁੰਦਾ ਕਿਉਂਕਿ ਜਨਮਜਾਤ ਆ, ਠੀਕ ਹੈ। ਕਲੀਅਰ। ਨੈਕਸਟ ਜੀ IQ may be defined as, ਤਾਂ IQ ਨੂੰ ਕਹਿੰਦੇ ਕਿਵੇਂ ਡਿਫਾਈਨ ਕਰੋਗੇ, ਤਾਂ IQ ਨੂੰ ਡਿਫਾਈਨ ਕਰਨ ਦਾ ਫਾਰਮੂਲਾ ਕਿਹੜਾ ਹੁੰਦਾ ਜੀ। ਪਹਿਲਾਂ ਤਾਂ ਮੈਂ ਫੁੱਲ ਫਾਰਮ ਦੱਸਦਾ। IQ ਦੀ ਫੁੱਲ ਫਾਰਮ ਹੁੰਦੀ ਹੈਗੀ ਹੈ ਇੰਟੈਲੀਜੈਂਸ ਕੁਐਂਸ਼ੀਐਂਟ, ਠੀਕ ਹੈ। ਪੰਜਾਬੀ ਦੇ ਵਿੱਚ ਬੁੱਧੀ ਲੱਭਤਾ, ਬੁੱਧੀ ਲੱਭਦਾ, ਠੀਕ ਹੈ। ਫਾਰਮੂਲਾ ਕਿਹੜਾ ਹੁੰਦਾ ਜੀ IQ ਦਾ, MA over CA ਮਲਟੀਪਲਾਈ 100, ਠੀਕ ਹੈ। MA मतलब ਮੈਂਟਲ ਏਜ, ਠੀਕ ਹੈ ਜੀ। CA मतलब ਕ੍ਰੋਨਿਕਲ ਏਜ, ਠੀਕ ਹੈ ਜੀ। ਕ੍ਰੋਨਿਕਲ ਦਾ ਮਤਲਬ ਹੁੰਦਾ ਵਾਸਤਵਿਕ ਉਮਰ, ਪੰਜਾਬੀ ਦੇ ਵਿੱਚ ਵਾਸਤਵਿਕ ਉਮਰ, ਮੈਂਟਲ ਏਜ ਮਾਨਸਿਕ ਉਮਰ, ਠੀਕ ਹੈ ਜੀ। ਵਾਸਤਵਿਕ ਉਮਰ ਹੈਗੀ ਆ, ਮੰਨ ਲਓ ਕੋਈ ਬੱਚਾ ਉਹਦੀ ਉਮਰ 10 ਸਾਲ ਆ ਤਾਂ ਉਹਦੀ ਕਿੰਨੀ ਸਹੀ ਉਮਰ ਕਿੰਨੀ ਹੈਗੀ ਆ 10 ਸਾਲ ਹੀ ਆ, ਤਾਂ ਉਹਦੀ ਵਾਸਤਵਿਕ ਉਮਰ ਆ। ਬਟ ਅਗਰ ਬੱਚਾ 10 ਸਾਲ ਦਾ ਹੈਗਾ ਬਟ ਉਹ ਸੋਚ ਜਾਂ ਜਿਹੜੀ ਨੌਲੇਜ ਹੈਗੀ ਆ ਜਾਂ ਜਿਹੜੇ ਉਹਦੇ ਕੰਮ ਹੈਗੇ ਆ ਉਹ ਕਿਸੇ 12 ਸਾਲ ਤੱਕ ਦੇ ਬੱਚੇ ਦੇ ਆ, ਜਾਂ ਫਿਰ ਆਪਾਂ ਕਹੀਏ ਉਹ ਕੰਮ ਕਰਨ ਦੇ ਯੋਗ ਆ ਜਿਹੜਾ ਬੱਚਾ 12 ਸਾਲ ਦਾ ਕਰ ਸਕਦਾ, ਜਾਂ ਆਪਾਂ ਕਹੀਏ ਉਹ ਇੰਨਾ ਜ਼ਿਆਦਾ ਨਲਾਇਕ ਆ ਕਿ ਉਹ ਸਿਰਫ ਉਨੇ ਕੰਮ ਕਰ ਸਕਦਾ ਜਿੰਨਾ ਜਿਹੜਾ 8 ਸਾਲ ਦਾ ਬੱਚਾ ਕਰੂਗਾ, ਤਾਂ ਫਿਰ ਉਹਦੀ ਉਮਰ ਕਿੰਨੀ ਹੋਊਗੀ ਮਾਨਸਿਕ ਉਮਰ 8 ਸਾਲ ਜਾਂ 12 ਸਾਲ, ਠੀਕ ਹੈ। ਅਗਰ ਉਹ ਇੰਟੈਲੀਜੈਂਟ ਆ, ਅਗਰ ਉਹ 14 ਸਾਲ ਤੱਕ ਦੇ ਬੱਚੇ ਦੀ ਉਮਰ ਦੇ ਕੰਮ ਕਰਨ ਦੇ ਯੋਗ ਆ ਤਾਂ ਫਿਰ ਉਹਦੀ ਮਾਨਸਿਕ ਉਮਰ 14 ਸਾਲ ਆ। ਅਗਰ ਉਹ 8 ਸਾਲ ਤੱਕ ਦੇ ਬੱਚੇ ਦੇ ਕੰਮ ਕਰਨ ਦੇ ਯੋਗ ਆ ਤਾਂ ਉਹ 8 ਸਾਲ ਆ, ਠੀਕ ਹੈ। ਜਾਨੀ ਉਹਦੀ ਮੈਂਟਲ ਏਜ ਆ, ਉਹ ਮਾਨਸਿਕ ਉਹ ਕਿੱਥੋਂ ਤੱਕ ਦੀ ਉਮਰ ਰੱਖਦਾ ਤਾਂ ਉਹਦੀ ਮੈਂਟਲ ਏਜ ਹੋਊਗੀ। ਕਲੀਅਰ। ਤਾਂ ਫਾਰਮੂਲਾ ਫਿਰ ਕਿਹੜਾ ਆ ਗਿਆ ਬੇਟਾ ਜੀ MA over CA ਮਲਟੀਪਲਾਈ 100, ਠੀਕ ਹੈ ਜੀ। ਤਾਂ ਆਪਾਂ ਸਿੰਪਲ ਕਹਿ ਸਕਦੇ ਹਾਂ ਕਿ ਮਾਨਸਿਕ ਉਮਰ ਜਿਹੜਾ ਹੈਗਾ ਉਹ ਕੀ ਹੈਗੀ ਆ, ਜਿਹੜੀ ਜਿਸ ਲੈਵਲ ਤੱਕ ਬੱਚਾ ਕੰਮ ਕਰਨ ਦੇ ਯੋਗ ਹੁੰਦਾ, ਜਿਸ ਉਮਰ ਤੱਕ ਕੰਮ ਕਰਨ ਦੇ ਯੋਗ ਹੁੰਦਾ। ਵਾਸਤਵਿਕ ਉਮਰ ਉਹ ਉਮਰ ਆ ਜਿਹੜੀ ਉਹਦੀ ਐਕਚੁਅਲ ਦੇ ਵਿੱਚ ਉਮਰ ਹੈਗੀ ਆ। 11th question ਹੈਗਾ ਮਹੇਸ਼ has a mental age of 8 and a chronicle age of 10। ਮਹੇਸ਼ ਦਾ IQ ਫਿਰ ਕਿੰਨਾ ਹੋਊਗਾ, ਤੁਹਾਨੂੰ IQ ਚਾਰਟ ਕਰਵਾਇਆ ਹੋਇਆ ਮੈਂ ਪੂਰਾ ਟਰਮਨ ਦੇ ਅਕੋਰਡਿੰਗ। ਉਹ IQ ਚਾਰਟ ਨੂੰ ਸਾਹਮਣੇ ਰੱਖ ਕੇ ਉਹ IQ ਚਾਰਟ ਤੁਸੀਂ ਯਾਦ ਕਰਨਾ, ਠੀਕ ਹੈ। ਉਹਦੇ ਅਕੋਰਡਿੰਗ ਫਿਰ ਤੁਹਾਨੂੰ ਦੱਸਿਆ ਹੋਇਆ ਸੀ ਕਿ ਮੈਂ 90 ਤੋਂ ਲੈ ਕੇ 110 ਤੱਕ ਆ ਜਿਹੜੀ ਜਨਰਲ ਇੰਟੈਲੀਜੈਂਸ ਹੁੰਦੀ ਆ, ਐਵਰੇਜ ਇੰਟੈਲੀਜੈਂਸ ਆ। ਅਗਰ ਇਸ ਤੋਂ ਜ਼ਿਆਦਾ ਬੱਚਾ IQ ਆਉਂਦਾ ਤਾਂ ਇਹਦਾ ਮਤਲਬ ਉਹ ਬਹੁਤ ਜ਼ਿਆਦਾ ਹੁਸ਼ਿਆਰ ਬੱਚਿਆਂ ਦੇ ਵਿੱਚ ਆ। ਅਗਰ ਇਸ ਤੋਂ ਘੱਟ ਆ ਤਾਂ ਫਿਰ ਉਹ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਉਹ ਲੋ ਇੰਟੈਲੀਜੈਂਟ ਪਰਸਨ ਆ, ਠੀਕ ਹੈ। ਤਾਂ ਹੁਣ ਦੇਖੋ ਆਪਾਂ ਕਿਵੇਂ ਕੱਢਦੇ ਹੁੰਦੇ ਸੀ MA over CA ਮਲਟੀਪਲਾਈ 100, ਠੀਕ ਹੈ। ਤਾਂ ਓਵਰ ਆਪਾਂ ਕਿਵੇਂ ਕੱਢ ਸਕਦੇ ਆ, ਤਾਂ ਮੈਂਟਲ ਏਜ ਕਿੰਨੀ ਹੈਗੀ ਆ, ਕਹਿੰਦੇ 8 ਸਾਲ, ਠੀਕ ਹੈ। ਤੇ ਜਿਹੜੀ ਕ੍ਰੋਨਿਕਲ ਏਜ ਹੈਗੀ ਉਹ ਕਿੰਨੀ ਹੈਗੀ ਆ 10 ਸਾਲ, ਮਲਟੀਪਲਾਈ 100 ਕੱਟ ਲਓ ਕਿੰਨਾ ਬਣਿਆ ਜੀ 80, ਹਨਾ। ਤਾਂ ਇਹਦਾ ਮਤਲਬ 80 ਆ ਗਿਆ। ਮੈਂ ਕਿਹਾ ਸੀ 90 ਤੋਂ 110 ਦੇ ਵਿਚਕਾਰ ਆ ਜਿਹੜਾ ਐਵਰੇਜ IQ ਆ, ਕਾਮਨ ਇੰਨਾ IQ ਹੁੰਦਾ। ਅਗਰ ਬੱਚੇ ਦਾ IQ ਬਹੁਤ ਜ਼ਿਆਦਾ ਤੇ ਇਹਦਾ ਮਤਲਬ ਉਹ ਬਹੁਤ ਇੰਟੈਲੀਜੈਂਟ ਆ। ਅਗਰ ਉਹ IQ ਇਸ ਤੋਂ ਘੱਟ ਰੱਖ ਰਿਹਾ ਹੈਗਾ ਤਾਂ ਫਿਰ ਉਹ ਲੋ ਇੰਟੈਲੀਜੈਂਟ ਪਰਸਨ ਆ। ਤੇ ਇਹਦਾ ਮਤਲਬ ਉਹਦੀ ਜਿਹੜੀ 80 ਇੰਟੈਲੀਜੈਂਸ ਆਈ ਹੈ ਤੇ ਇਹਦਾ ਮਤਲਬ ਉਹਦਾ IQ ਕਿੰਨਾ ਹੋਊਗਾ ਬੇਟਾ ਜੀ ਬਿਲੋ ਐਵਰੇਜ, ਠੀਕ ਹੈ।
ਤਾਂ IQ ਕਿੰਨਾ ਹੈਗਾ ਉਹਦਾ 80, ਜਿਹਨੂੰ ਅਸੀਂ ਬਿਲੋ ਐਵਰੇਜ ਦੇ ਵਿੱਚ ਰੱਖਾਂਗੇ। ਅੱਛੀ ਤਰ੍ਹਾਂ ਤੁਹਾਡੇ ਕਨਸੈਪਟ ਬੇਟਾ ਕਲਾਸ ਦੇ ਵਿੱਚ ਹੋ ਚੁੱਕੇ ਨੇ। Which of following observations support Howard Gardner's theory of multiple intelligence? ठीक है जी, ਤਾਂ different statement ਦਿੱਤੀਆਂ ਹੋਈਆਂ ਨੇ ਤੇ ਕਿਹਾ ਗਿਆ ਕਿ ਦੇਖੋ ਕਿ ਕਿਹੜੀ ਸਟੇਟਮੈਂਟ ਆ ਜਿਹੜੀ ਹੋਵਰਡ ਗਾਰਡਨਰ ਦੀ ਮਲਟੀਪਲ ਇੰਟੈਲੀਜੈਂਸ ਥਿਊਰੀ ਨੂੰ ਸਪੋਰਟ ਕਰਦੀ ਆ। ਤੇ ਬੇਟਾ ਜੀ ਪਹਿਲੀ ਹੈਗੀ ਆ ਡਿਫਰੈਂਟ ਇੰਟੈਲੀਜੈਂਸ ਇਨ ਹਿਰਾਰਕੀਕਲ ਇਨ ਨੇਚਰ। ਹਿਰਾਰਕੀ ਦੀ ਗੱਲ ਉਹਨੇ ਨਹੀਂ ਕੀਤੀ, ਉਹਨੇ ਸਿੰਪਲ ਇਹ ਕਿਹਾ ਮਿਊਜ਼ੀਕਲ ਹੁੰਦੀ ਆ, ਲਿੰਗੁਇਸਟਿਕ ਹੁੰਦੀ ਆ, ਕੋਈ ਹਿਰਾਰਕੀ ਕਿ ਇੱਕ ਤੋਂ ਬਾਅਦ ਇੱਕ ਆਊਗੀ, ਇਹੋ ਜੀ ਗੱਲ ਹੋਵਰਡ ਗਾਰਡਨਰ ਨੇ ਨਹੀਂ ਕੀਤੀ। Teacher should follow one specific theory of educational innovation at the time of designing instruction। ਨਹੀਂ, ਇੱਕ ਹੀ specific theory ਨੂੰ follow ਨਹੀਂ ਕਰਨਾ ਚਾਹੀਦਾ ਕਿਉਂਕਿ multiple intelligence ਨੇ ਬੱਚੇ ਦੇ ਵਿੱਚ, ਠੀਕ ਹੈ। then ਬੇਟਾ ਜੀ damage to one part of the brain, ਦਿਮਾਗ ਦਾ ਜੇਕਰ ਇੱਕ ਹਿੱਸਾ ਡੈਮੇਜ ਆ ਤਾਂ only a particular ability sparing others, ਠੀਕ ਹੈ। ਤਾਂ ਉਹ ਜਿਹੜਾ ਅਫੈਕਟ ਕਰੂਗਾ ਸਿਰਫ ਇੱਕ particular ability ਨੂੰ, ਨਾ ਕਿ ਬਾਕੀ ਸਾਰੀਆਂ abilities ਨੂੰ, ਠੀਕ ਹੈ। ਇਹ ਕਿਉਂ? ਕਿਉਂਕਿ ਬੇਟਾ ਜੀ ਜਿਹੜੀ ਹੋਵਰਡ ਗਾਰਡਨਰ ਦੀ ਥਿਊਰੀ ਉਹ ਕੀ ਪ੍ਰਪੋਜ਼ ਕਰਦੀ ਆ ਕਿ ਜਿਹੜੀ ਇੰਟੈਲੀਜੈਂਸ ਹੈਗੀ ਆ ਨਾ, ਇੰਟੈਲੀਜੈਂਸ ਆ ਜੋ ਕਾਂਟ ਟਾਈਡ ਟੂ ਸਿੰਗਲ ਡੋਮੇਨ, ਠੀਕ ਹੈ, ਕਾਂਟ ਟਾਈਡ ਟੂ ਸਿੰਗਲ ਡੋਮੇਨ, ਕਿਸੇ ਇੱਕ ਡੋਮੇਨ ਦੇ ਨਾਲ ਨਹੀਂ ਜੁੜੀ ਹੋਈ, ਨਾ ਹੀ ਕਿਸੇ ਇੱਕ ਜਰਨਲ ਫੈਕਟਰ ਦੇ ਉੱਪਰ ਡਿਪੈਂਡ ਆ, ਠੀਕ ਹੈ। ਜਿਵੇਂ ਸਪੀਅਰਮੈਨ ਨੇ ਗੱਲ ਕੀਤੀ ਕਿ ਜਰਨਲ ਫੈਕਟਰ ਹੋਊਗਾ ਤੇ ਫਿਰ ਬਾਕੀ ਜਿਹੜੀਆਂ ਸਪੈਸੀਫਿਕ ਹੋਣਗੀਆਂ, ਇਹਨੇ ਕਿਸੇ ਜਰਨਲ ਫੈਕਟਰ ਦੀ ਗੱਲ ਨਹੀਂ ਕੀਤੀ, ਉਹ ਕਹਿੰਦੇ ਨਾ ਹੀ ਕਿਸੇ ਇੱਕ ਦੇ ਨਾਲ ਟਾਈ ਕੀਤੀ ਹੋਈ ਆ। ਤਾਂ ਸੈਵਰਲ ਕਾਈਂਡ ਹੈਗੀਆਂ ਜਿਹੜੀਆਂ ਸੈਵਰਲ ਕਾਈਂਡ ਆਫ ਇੰਟੈਲੀਜੈਂਸ ਆ ਅਕੋਰਡਿੰਗ ਟੂ ਹੋਵਰਡ ਗਾਰਡਨਰ। ਤਾਂ ਇਸ ਕਰਕੇ ਅਗਰ ਕੋਈ ਇੱਕ ਪਾਰਟ ਡੈਮੇਜ ਹੁੰਦਾ ਤਾਂ ਫਿਰ ਪਰਟੀਕੁਲਰ ਐਬਿਲਿਟੀ ਨੂੰ ਹੀ ਜਿਹੜਾ ਹੈਗਾ ਉਹ ਨੁਕਸਾਨ ਪਹੁੰਚਾਊਗਾ ਬਜਾਏ ਕਿ ਦੂਜਿਆਂ ਦੇ, ਠੀਕ ਹੈ ਜੀ। ਨੈਕਸਟ ਹੈਗਾ ਬੇਟਾ ਜੀ ਇੰਟੈਲੀਜੈਂਸ ਥਿਊਰੀ ਇਨਕੋਰਪੋਰੇਟ ਦਾ ਮੈਂਟਲ ਪ੍ਰੋਸੈਸ ਇਨਵੋਲਵਡ ਇਨ ਇੰਟੈਲੀਜੈਂਸ meta component and varied form of the intelligence can take creative intelligence, this referred to already मैं दस चुकी हाँ कि creative intelligence, experimental intelligence, componental intelligence, ठीक है, already दस चुकी हाँ। तो केड़ी थ्योरी दे विच सीगा बेटा जी स्टर्नबर्ग्स hierarchical theory of intelligence, ठीक है। जिवें पहला ही दस्सिया उन्हें स्टेप दस्से ने प्रोसेस ओरिएंटेड थ्योरी दे नाल रिलेटेड ते नाल ही बेटा जी उन्हें ਤਿੰਨ ਤਰ੍ਹਾਂ ਦੀ ਜਿਹੜੀ ਹੈਗੀ ਆ ਟਰਾਰਚੀ ਯਾਨੀ ਕਿ ਤਿੰਨ ਥਿਊਰੀਆਂ ਦਾ ਜ਼ਿਕਰ ਕੀਤਾ ਹੈਗਾ। ਪਹਿਲੀ ਥਿਊਰੀ ਕਿਹੜੀ ਸੀਗੀ? ਕੰਟੈਕਸਚੁਅਲ ਥਿਊਰੀ, ਠੀਕ ਹੈ। ਕੰਟੈਕਸਚੁਅਲ ਸਬ ਥਿਊਰੀ ਆ ਜਿਹਦੇ ਚ ਉਹਨੇ ਕਿਹਾ ਕਿ ਵਿਅਕਤੀ ਆਪਣੇ ਵਾਤਾਵਰਣ ਨੂੰ ਆਪਣੀਆਂ ਯੋਗਤਾ ਜਾਂ ਜ਼ਰੂਰਤ ਦੇ ਅਕੋਰਡਿੰਗ ਢਾਲਦਾ ਜਾਂ ਖੁਦ ਵਾਤਾਵਰਣ ਦੇ ਅਕੋਰਡਿੰਗ ਢਲ ਜਾਂਦਾ। ਤੇ ਇਹਦੇ ਚ ਇਹਨੇ ਤਿੰਨ ਪੁਆਇੰਟਾਂ ਦੀ ਗੱਲ ਕੀਤੀ ਸੀ, ਮੈਂ ਪੁਆਇੰਟ ਸਿਰਫ ਲਿਖ ਦਿੰਨੀ ਆ, ਬਾਕੀ ਸਮਝਾਉਂਗੀ ਨਹੀਂ ਕਿਉਂਕਿ ਆਲਰੇਡੀ ਤੁਸੀਂ ਕਲਾਸ ਦੇ ਵਿੱਚ ਕਰ ਚੁੱਕੇ ਹੋ ਨਾ। ਉਹਨੇ ਕਿਹਾ ਸੀ ਵਾਤਾਵਰਣ ਨੂੰ ਢਾਲਣ ਦੇ, ਵਾਤਾਵਰਣ ਦੇ ਅਕੋਰਡਿੰਗ ਖੁਦ ਨੂੰ ਢਾਲਣ ਦੇ ਲਈ ਜਾਂ ਖੁਦ ਨੂੰ ਵਾਤਾਵਰਣ ਦੇ ਅਕੋਰਡਿੰਗ ਢਾਲਣ ਦੇ ਲਈ ਅਡੈਪਸ਼ਨ ਕਰੂਗਾ ਜਾਂ ਫਿਰ ਸ਼ੇਪਿੰਗ ਕਰੂਗਾ, ਠੀਕ ਹੈ ਜੀ, ਜਾਂ ਫਿਰ ਸਿਲੈਕਸ਼ਨ ਕਰੂਗਾ। ਇਹ ਚੀਜ਼ਾਂ ਜਿਹੜੀਆਂ ਕਿਹੜੀ ਇੰਟੈਲੀਜੈਂਸ ਦੇ ਨਾਲ ਰਿਲੇਟਡ ਨੇ? ਕੰਟੈਕਸਚੁਅਲ ਦੇ ਨਾਲ, ਠੀਕ ਹੈ। ਦੂਜੀ ਉਹਨੇ ਗੱਲ ਕੀਤੀ ਹੈ ਬੇਟਾ ਜੀ ਐਕਸਪੈਰੀਮੈਂਟਲ ਦੀ, ਐਕਸਪੈਰੀਮੈਂਟਲ ਇੰਟੈਲੀਜੈਂਸ ਦੀ, ਜਿਹਨੂੰ ਪ੍ਰੈਕਟੀਕਲ ਵੀ ਕਿਹਾ ਜਾ ਸਕਦਾ, ਕ੍ਰੀਏਟਿਵ ਸਬ ਥਿਊਰੀ ਵੀ ਕਿਹਾ ਜਾ ਸਕਦਾ, ਠੀਕ ਹੈ ਜੀ। ਇਹਦੇ ਚ ਇਹਨੇ ਕਿਹਾ ਕਿ ਜਿਹੜੇ ਐਕਸਪੈਰੀਮੈਂਟ ਹੈਗੇ ਨੇ ਉਹ ਦੋ ਤਰ੍ਹਾਂ ਦੇ ਹੋ ਸਕਦੇ ਨੇ, ਜਾਂ ਤਾਂ ਨੋਵਲ ਹੋ ਸਕਦੇ ਨੇ ਬਿਲਕੁਲ ਨਵੀਨ, ਜਾਂ ਫਿਰ ਕਿਹੜੇ ਹੋ ਸਕਦੇ ਨੇ? ਆਟੋਮੇਸ਼ਨ। ਤੁਸੀਂ ਆਲਰੇਡੀ ਕਰ ਕਰਕੇ ਅਡਿਕਟਡ ਹੋ ਚੁੱਕੇ ਹੋ ਉਹਨਾਂ ਚੀਜ਼ਾਂ ਦੇ, ਤਾਂ ਆਟੋਮੇਟਡ ਨੇ, ਨਵੀਨ ਨੇ, ਅਗਰ ਬਿਲਕੁਲ ਤੁਹਾਡੇ ਲਈ ਫਰੈਸ਼ ਆ। ਉਸ ਤੋਂ ਬਿਨਾਂ ਥਰਡ ਕੰਪੋਨੈਂਟ ਜਿਹਨੇ ਜਿਹੜੀ ਥਿਊਰੀ ਉਹਨੇ ਐਡ ਕੀਤੀ ਹੋਗੀ, ਐਡ ਕੀਤੀ ਹੈ, ਤੀਜੀ ਥਿਊਰੀ ਹੋਗੀ ਹੈ ਕੰਪੋਨੈਂਟ ਸਬ ਥਿਊਰੀ, ਠੀਕ ਹੈ। ਕੰਪੋਨੈਂਟ ਸਬ ਥਿਊਰੀ ਜਿਹਦੇ ਚ ਉਹਨੇ ਕਿਹਾ ਐਨਾਲਿਟੀਕਲ ਥਿਊਰੀ ਵੀ ਇਹਨੂੰ ਕਹਿ ਸਕਦੇ ਆ, ਕੰਪੋਨੈਂਟ ਜਾਂ ਐਨਾਲਿਟੀਕਲ, ਜਿਹਦੇ ਚ ਪ੍ਰੋਬਲਮ ਸੋਲਵਿੰਗ ਅਬਿਲਿਟੀ ਮੇਨ ਹੁੰਦੀ ਆ, ਆਲੋਚਨਾਤਮਕ ਤਰੀਕਾ ਜਾਂ ਐਨਾਲਿਟੀਕਲ ਤਰੀਕਾ ਚੱਕ ਕੇ ਪ੍ਰੋਬਲਮ ਨੂੰ ਸੋਲਵ ਕੀਤਾ ਜਾਂਦਾ। ਇਹਦੇ ਚ ਇਹਨੇ ਤਿੰਨ ਤਰੀਕੇ ਦੱਸੇ ਨੇ ਪ੍ਰੋਬਲਮ ਨੂੰ ਸੋਲਵ ਨੂੰ ਲੈ ਕੇ। ਮੈਟਾ ਕੰਪੋਨੈਂਟ ਜਿਹੜਾ ਕਿ ਤੁਹਾਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ, ਮੈਟਾ ਕੰਪੋਨੈਂਟ, ਠੀਕ ਹੈ। ਦੇਖੋ ਮੈਟਾ ਕੰਪੋਨੈਂਟ ਇੰਟੈਲੀਜੈਂਸ ਦੀ ਗੱਲ ਕੀਤੀ ਆ, ਠੀਕ ਹੈ। ਦੈਨ ਬੇਟਾ ਜੀ ਇਹਨੇ ਪਰਫਾਰਮੈਂਸ ਕੰਪੋਨੈਂਟ ਦੀ ਗੱਲ ਕੀਤੀ ਆ। ਇਹ ਸਭ ਚੀਜ਼ਾਂ ਡਿਫਾਈਨ ਕਰ ਚੁੱਕੀ ਹਾਂ ਮੈਂ ਤੁਹਾਨੂੰ ਕਲਾਸ ਦੇ ਵਿੱਚ। ਐਂਡ ਨੌਲੇਜ ਐਕੁਜੀਸ਼ਨ ਦੀ ਗੱਲ ਕੀਤੀ ਹੈ ਇਸ ਥਿਊਰੀ ਦੇ ਵਿੱਚ, ਠੀਕ ਹੈ। ਸਾਰੀਆਂ ਟਰਮਸ ਤੁਸੀਂ ਮੇਰੇ ਨਾਲ ਕਲਾਸ ਵਿੱਚ ਕਰ ਚੁੱਕੇ ਹੋ। ਤੇ ਇਸ ਕਰਕੇ ਇਹਨੂੰ ਟਰਾਰਚਿਕ ਥਿਊਰੀ ਆਖਦੇ ਨੇ। ਸਪੀਅਰਮੈਨ ਨੇ ਜੀ ਫੈਕਟਰ ਥਿਊਰੀ ਦਿੱਤੀ ਹੈ, ਜਿਹਨੂੰ 2 ਫੈਕਟਰ ਥਿਊਰੀ ਆਖਦੇ ਨੇ। 7 ਥਿਊਰੀ ਆਫ ਇੰਟੈਲੀਜੈਂਸ ਦੇ ਵਿੱਚ ਜਿਹੜੇ ਨਾਰਮਲ ਆਈਕਿਊ ਤੋਂ ਥੱਲੇ ਪਰਸਨ ਹੁੰਦੇ ਨੇ, ਬਟ ਉਹਨਾਂ ਚ ਸ਼ਾਇਦ ਕੋਈ ਇੱਕ ਪਾਰਟਿਕੂਲਰ ਸਪੈਸੀਫਿਕ ਜਿਹੜੀ ਹੈਗੀ ਆ ਨੌਲੇਜ ਹੋਵੇ, ਕਿਸੇ ਫੀਲਡ ਦੇ ਵਿੱਚ ਅੱਛਾ ਹੋਵੇ, ਤਾਂ ਉਹ 7 ਥਿਊਰੀ ਹੈ। ਥਰਸਟਨ ਨੇ ਪੀਐਮਏ, ਇਹ ਵੀ ਬਹੁਤ ਇੰਪੋਰਟੈਂਟ ਥਿਊਰੀ ਆ ਬੇਟਾ। ਥਰਸਟਨ ਦੀ ਪੀਐਮਏ ਥਿਊਰੀ ਦੇ ਵਿੱਚੋਂ ਵੀ ਬਹੁਤ ਬਾਰ ਕੁਐਸਚਨ ਪੇਪਰ ਦੇ ਵਿੱਚ ਮਿਲਣਗੇ ਤੁਹਾਨੂੰ, ਠੀਕ ਹੈ। ਸ਼ਾਇਦ ਮੈਂ ਇਹਦੇ ਚ ਕੁਐਸਚਨ ਐਡ ਕਰਨੇ ਭੁੱਲ ਗਈ ਆ, ਨੈਕਸਟ ਕਲਾਸ ਦੇ ਇਹਦੇ ਨਾਲ ਹੀ ਰਿਲੇਟਡ ਆ, ਉਹਦੇ ਸ਼ਾਇਦ ਮਿਲ ਜਾਣ ਤੁਹਾਨੂੰ ਕੁਐਸਚਨ, ਹੈ ਨਾ। ਤਾਂ ਥਰਸਟਨ ਨੇ ਪੀਐਮਏ ਥਿਊਰੀ ਦਿੱਤੀ ਆ, ਬਹੁਤ ਹੀ ਇੰਪੋਰਟੈਂਟ ਥਿਊਰੀ ਆ, ਠੀਕ ਹੈ।
ਉਹਨੇ ਜਿਹੜੀ ਸੀ 1938 ਦੇ ਵਿੱਚ ਐਕਸਪੈਰੀਮੈਂਟ ਕੀਤਾ ਸੀ 7 ਤਰ੍ਹਾਂ ਦੀਆਂ ਜਿਹੜੀਆਂ ਇੰਟੈਲੀਜੈਂਸ ਸੀਗੀਆਂ ਉਹ ਸਾਹਮਣੇ ਰੱਖੀਆਂ ਸੀ। ਵਰਬਲ ਇੰਟੈਲੀਜੈਂਸ ਸੀ, ਠੀਕ ਹੈ, ਨਿਊਮੈਰੀਕਲ ਇੰਟੈਲੀਜੈਂਸ ਸੀ, ਵਰਡ ਫਲੂਐਂਸੀ, ਮੈਮੋਰਾਈਜ਼ਿੰਗ ਅਬਿਲਿਟੀ, ਹਨਾ। ਇਸ ਤਰੀਕੇ ਨਾਲ ਬਹੁਤ ਸਾਰੀਆਂ ਜਿਹੜੀਆਂ ਇੰਟੈਲੀਜੈਂਸ ਸਾਹਮਣੇ ਰੱਖੀਆਂ। ਬਾਅਦ ਦੇ ਵਿੱਚ ਬੇਟਾ ਜੀ ਸਪੈਸ਼ਲ ਇੰਟੈਲੀਜੈਂਸ ਸੀ, ਠੀਕ ਹੈ। ਇਸ ਤੋਂ ਬਿਨਾਂ ਪਰਸੈਪਚੁਅਲ ਇੰਟੈਲੀਜੈਂਸ ਸੀ, ਰੀਜ਼ਨਿੰਗ ਅਬਿਲਿਟੀ, ਠੀਕ ਹੈ। ਤੇ ਉਸ ਤੋਂ ਬਿਨਾਂ ਪਲੱਸ ਇੱਕ ਲੇਟਰ ਔਨ ਐਡ ਕੀਤੀ ਗਈ ਜਿਹਨੂੰ ਪ੍ਰੋਬਲਮ ਸੋਲਵਿੰਗ ਅਬਿਲਿਟੀ ਦੇ ਅੰਡਰ ਐਡ ਕੀਤਾ ਗਿਆ ਸੀਗਾ ਪੀਐਮਏ ਦੇ ਵਿੱਚ। ਇਹ ਅੱਛੀ ਤਰ੍ਹਾਂ ਤੁਹਾਡੀ ਕਲਾਸ ਦੇ ਵਿੱਚ ਹੋ ਚੁੱਕੀ ਹੈ, ਥਿਊਰੀ ਵੀ ਜ਼ਰੂਰ ਕਰਨੀ ਆ, ਠੀਕ ਹੈ। ਥਰਸਟਨ ਦੀ ਪੀਐਮਏ ਥਿਊਰੀ ਦੇ ਵਿੱਚੋਂ ਵੀ ਤੁਹਾਨੂੰ ਕਾਫੀ ਕੁਐਸਚਨ ਪੇਪਰ ਦੇ ਵਿੱਚ ਮਿਲਦੇ ਨੇ। ਨੈਕਸਟ ਕੁਐਸਚਨ ਆ ਬੇਟਾ ਜੀ 14 IQ mental age chronicle age multiply 100 was propounded by। ਤਾਂ ਇਹ ਰਿਵਾਈਜ਼ਡ ਸਟੈਨਫੋਰਡ ਬਿਨੇ ਟੈਸਟ ਦੇ ਵਿੱਚ ਆਇਆ ਸੀ ਬੇਟਾ ਜੀ। ਦੇਖੋ 1905 ਦੇ ਵਿੱਚ ਬਿਨੇ ਟੈਸਟ ਆਇਆ, ਉਦੋਂ ਉਹਦੇ ਵਿੱਚ IQ ਟਰਮ ਐਡ ਨਹੀਂ ਸੀਗੀ, ਠੀਕ ਹੈ। IQ ਟਰਮ ਐਡ ਨਹੀਂ ਸੀ, ਬਟ ਇਹ ਟੈਸਟ ਦਾ ਹਿੱਸਾ ਲੇਟਰ ਔਨ ਬਣੀ ਆ। ਦੇਖੋ ਜਿਹੜਾ IQ ਨੂੰ ਟੈਸਟ ਦੇ ਵਿੱਚ ਲੈ ਕੇ ਆਉਣ ਵਾਲਾ ਸੀਗਾ ਉਹ ਸੀਗਾ ਟਰਮਨ, ਠੀਕ ਹੈ। ਰਿਵਾਈਜ਼ ਟੈਸਟ ਦੇ ਵਿੱਚ ਉਹਨੇ ਐਡ ਕੀਤਾ ਸੀ IQ ਨੂੰ, ਬਟ IQ ਜਿਹੜੀ ਟਰਮ ਹੈਗੀ ਆ ਕੁਆਇਨ ਕਰਨ ਜਾਂ ਕਿਹਨੇ ਬਣਾਈ ਸੀ, ਤਾਂ ਫੇਰ ਤੁਹਾਡਾ ਆਨਸਰ ਆਊਗਾ ਵਿਲਹਮ ਸਟਰਨ, ਠੀਕ ਹੈ। ਵਿਲਹਮ ਸਟਰਨ ਨੇ IQ ਸ਼ਬਦ ਬਣਾਇਆ, ਪਹਿਲੀ ਵਾਰ ਯੂਜ਼ ਕੀਤਾ ਹੈ, ਕਲਾਸ ਦੇ ਵਿੱਚ ਤੁਹਾਡਾ ਹੋ ਚੁੱਕਿਆ। ਤੇ ਟਰਮਨ ਨੇ ਉਹਨੂੰ IQ ਦੇ ਵਿੱਚ IQ ਨੂੰ ਟੈਸਟ ਦੇ ਵਿੱਚ ਐਡ ਕੀਤਾ। ਟੈਸਟ ਕਿਹੜਾ ਸੀ? ਰਿਵਾਈਜ਼ਡ ਸਟੈਨਫੋਰਡ ਬਿਨੇ ਸਕੇਲ। ਨੈਕਸਟ ਹੈਗਾ ਬੇਟਾ ਜੀ ਵਿਚ ਆਫ ਫੋਲੋਇੰਗ ਇਜ਼ ਨਾਟ ਅ ਸਾਈਨ ਆਫ ਇੰਟੈਲੀਜੈਂਟ ਯੰਗ ਚਾਈਲਡ, ਠੀਕ ਹੈ। ਕਹਿੰਦੇ ਕਿਹੜਾ ਸਾਈਨ ਹੈਗਾ ਕਿ ਬੱਚਾ ਇੰਟੈਲੀਜੈਂਟ ਨਹੀਂ ਆ, ਠੀਕ ਹੈ। ਪਹਿਲਾਂ ਦੇਖੋ ਕਹਿੰਦੇ ਵਨ ਹੂ ਇਜ਼ ਅਬਿਲਿਟੀ ਟੂ ਕ੍ਰੈਮ, ਕ੍ਰੈਮ ਹੁੰਦਾ ਰੱਟਾ ਮਾਰਨਾ, ਲੰਬੇ ਲੰਬੇ ਐਸਿਆਂ ਨੂੰ ਅਗਰ ਕੋਈ ਵੀ ਲੇਖ ਹੈਗਾ ਲੰਬਾ ਉਹਨੂੰ ਬੱਚਾ ਕੁਇਕਲੀ ਰੱਟਾ ਮਾਰਿਆ ਤਾਂ ਕਹਿੰਦੇ ਇੰਟੈਲੀਜੈਂਸ ਆ। ਦੇਖਦੇ ਆ ਅੱਗੇ, ਹਨਾ। one who has ability to communicate fluently and appropriately, ਅਗਰ ਕੋਈ ਬੱਚਾ ਕਮਿਊਨੀਕੇਟ ਕਰ ਰਿਹਾ ਬਹੁਤ ਹੀ ਸਹੀ ਤਰੀਕੇ ਦੇ ਨਾਲ, ਢੁਕਵੇਂ ਤਰੀਕੇ ਦੇ ਨਾਲ, ਤਾਂ ਇੰਟੈਲੀਜੈਂਟ ਆ, ਬਿਲਕੁਲ ਸਹੀ ਆ। one who carries thinking in abstract manner, ਅਮੂਰਤ ਚੀਜ਼ਾਂ ਜੋ ਦਿਖ ਨਹੀਂ ਰਹੀਆਂ ਉਹਨਾਂ ਚੀਜ਼ਾਂ ਦੇ ਉੱਪਰ ਕਲਪਨਾ ਕਰ ਰਿਹਾ ਤਾਂ ਡੈਫੀਨੇਟਲੀ ਉਹ ਇੰਟੈਲੀਜੈਂਟ ਆ। one who can adjust oneself in a ਨਿਊ ਇਨਵਾਇਰਮੈਂਟ, ਠੀਕ ਹੈ। ਅਗਰ ਕੋਈ ਬੱਚਾ ਖੁਦ ਨੂੰ ਕਿਸੇ ਵਾਤਾਵਰਨ ਦੇ ਅਕੋਰਡਿੰਗ ਢਾਲ ਰਿਹਾ ਤਾਂ ਡੈਫੀਨੇਟਲੀ ਉਹ ਵੀ ਇੰਟੈਲੀਜੈਂਸ ਆ। ਤਾਂ ਫਿਰ ਜਿਹੜੇ ਰੱਟੇ ਮਾਰਨੇ ਹੈਗੇ ਆ ਇਹ ਕਦੇ ਵੀ ਇੰਟੈਲੀਜੈਂਸ ਨਹੀਂ ਹੁੰਦੀ, ਠੀਕ ਹੈ। ਮੈਂ ਤੇ ਕਲੀਅਰ ਕਰਦਾ ਇੰਟੈਲੀਜੈਂਸ ਹੁੰਦੀ ਕੀ ਆ, ਠੀਕ ਹੈ। ਇੰਟੈਲੀਜੈਂਸ ਹੁੰਦੀ ਕੀ ਹੈ, ਵੈਸੇ ਮੈਂ ਅੱਛੀ ਤਰ੍ਹਾਂ ਤੁਹਾਨੂੰ ਕਲਾਸ ਦੇ ਵਿੱਚ ਕਲੀਅਰ ਕੀਤਾ ਹੋਇਆ। ਅਬਿਲਿਟੀ ਟੂ ਐਡਜਸਟ, ਵਾਤਾਵਰਨ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਪਰ ਖੁਦ ਨੂੰ ਐਡਜਸਟ ਕਰਨਾ, ਕਿਸੇ ਮਾਹੌਲ ਦੇ ਵਿੱਚ ਖੁਦ ਨੂੰ ਐਡਜਸਟ ਕਰਨਾ। ਅਬਿਲਿਟੀ ਟੂ ਲਰਨ, ਕੁਝ ਸਿੱਖਣਾ, ਠੀਕ ਹੈ। ਅਬਿਲਿਟੀ ਟੂ ਕੈਰੀ ਆਊਟ ਐਬਸਟਰੈਕਟ ਰੀਜ਼ਨਿੰਗ, ਅਮੂਰਤ ਚੀਜ਼ਾਂ ਦੇ ਬਾਰੇ ਚ ਕਲਪਨਾ ਕਰਨਾ, ਠੀਕ ਹੈ, ਇੰਟੈਲੀਜੈਂਸੀ ਆ। ਅੰਤਰਦ੍ਰਿਸ਼ਟੀ ਦੀ ਵਰਤੋਂ ਕਰਨਾ, ਇਹ ਇੰਟੈਲੀਜੈਂਸੀ ਆ। ਕੋਈ ਵੀ ਫੈਸਲਾ ਲੈਣ ਦੀ ਯੋਗਤਾ, ਇਹ ਇੰਟੈਲੀਜੈਂਸੀ ਆ, ਠੀਕ ਹੈ। ਲੌਜਿਕ ਲਾਉਣਾ ਇਹ ਇੰਟੈਲੀਜੈਂਸੀ ਆ, ਠੀਕ ਹੈ। ਰੱਟੇ ਮਾਰਨਾ ਇਹ ਚੀਜ਼ਾਂ ਕਦੇ ਵੀ ਇੰਟੈਲੀਜੈਂਸ ਦੇ ਵਿੱਚ ਕੰਸੀਡਰ ਨਹੀਂ ਹੁੰਦੀਆਂ। ਕਲੀਅਰ ਜੀ। ਇਹ ਸੀ ਸਾਡੀ ਅੱਜ ਦੀ MCQ ਡਿਸਕਸ਼ਨ। ਫਰਦਰ 15 ਕੁਐਸਚਨ ਜਿਹੜੇ ਹੈਗੇ ਨੈਕਸਟ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ। ਅਗਰ ਵੀਡੀਓ ਤੁਹਾਡੇ ਲਈ ਹੈਲਪਫੁਲ ਹੋ ਰਹੀਆਂ ਨੇ ਤਾਂ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ, ਠੀਕ ਹੈ। ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਮਿਲਦੇ ਆ ਨੈਕਸਟ ਕਲਾਸ ਦੇ ਵਿੱਚ।